ਗੁਰ ਆਇਓ ਸਰਨ ਤੁਹਾਰੀ, ਮਿਲੈ ਸੂਖ ਨਾਮ ਹਰਿ ਸੋਭਾ। चिंता लाहे हमारी, अवर ना सूझै दूजी ठाहरो। हार परियो तो द्वारी, लेखा छोड़ अलिखै छूटै। हम निर्गुण लेहो उबारी, सद बख्शिंद सदा मेहरबाना। सबना दे आधारी, नानक दास संत पाछै परियो। राख लेहो ए बारी, नानक दास संत पाछै परियो। राख लेहो ए बारी। सुकाटन गुर सेविया, ऐनस सहज सुभाए। दर्शन परसिय गुरु के, जन्म मरण दुख जाए। सिफत कसामदी नोर अरसों कुरसों चटिया। ते सच्चे पातशाहो, माल जन्म जन्म धी कटिया। डिठे सच्चे पातशाहो, माल जन्म जन्म धी कटिया। सतनाम श्री वाहिगुरु साहिब जीओ। गोजरी श्री त्रिलोचन जी के पदे घर पहला। एक ओंकार सतगुर प्रसाद, अंतर मल निर्मल ने कीना। बाहर भेख उदासी, हृदय कमल घट ब्रह्म न चीना। काहे भया सन्यासी, पर में भूली रे जय चंदा। नहीं नहीं चीनिया परमानंदा। अंतर माल निर्मल ने कीना। बाहर भेख उदासी। वाहिगुरु जी का खालसा, वाहिगुरु जी की फतेह। परम सन्मानयोग सतगुरां दी साजी निवाजी। गुरु की साध संगत आप संगतां ने सतगुरां दे दरबारे अंदर बैठ के गुरबानी दे रस भिन्ने कीर्तन शब्द सरवण कीते। पवित्र बाणी गुरु नानक साहब पातशाह दी, गुरु अंगद साहब जीआं दी जो आसा दी वार है, तिस गुरबाणी नूं आप संगतां ने सरवण कीता है। इस वेले लड़ीवार गुरबाणी की कथा जो सानू प्राप्त हो रही है, 525 अंग के उपर ये शब्द सानू मिलिया है, जिस दी अज असी विचार सरवण करांगे। आओ कुछ समय वास्ते अपने मन नू टकाइए
ਭਾਵਨਾ ਦੇ ਨਾਲ, ਸ਼ਰਧਾ ਦੇ ਨਾਲ ਸਤਿਗੁਰਾਂ ਦੇ ਅਗੰਮੀ ਬਚਨ ਸਰਵਣ ਕਰੀਏ, ਤਾਂ ਕਿ ਸਾਡਾ ਭਲਾ ਹੋਵੇ, ਸਾਡਾ ਮਨੁੱਖਾ ਜਨਮ ਸਫਲਾ ਹੋ ਜਾਵੇ। ਸਤਿਗੁਰਾਂ ਦੇ ਚਰਨਾਂ ਵਿੱਚ ਹਾਜ਼ਰੀ ਲਵਾਈਏ, ਮਿਲ ਕੇ ਆਖੀਏ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਗੁਜਰੀ ਸ੍ਰੀ ਤਰਲੋਚਨ ਜੀਓ ਕੇ ਪਦੇ ਘਰ ਪਹਿਲਾ। ਗੁਜਰੀ ਰਾਗ ਦਾ ਨਾਮ ਹੈ। ਗੁਜਰੀ ਰਾਗ ਦੇ ਅੰਦਰ ਭਗਤ ਸਾਹਿਬ ਜੀ, ਭਗਤ ਤਰਲੋਚਨ ਜੀਆਂ ਦੀ ਇਹ ਬਾਣੀ ਜੋ ਹੈ ਇਹ ਸਾਨੂੰ ਪ੍ਰਾਪਤ ਹੋ ਰਹੀ ਹੈ। ਸੋ ਦੋ ਸਨ ਭਗਤ ਤਰਲੋਚਨ ਜੀ। ਇੱਕ ਤੇ ਭਗਤ ਤਰਲੋਚਨ ਉਹ ਹਨ ਜਿਹੜੇ ਬ੍ਰਾਹਮਣ ਜਾਤੀ ਨਾਲ ਸੰਬੰਧ ਰੱਖਦੇ ਸਨ, ਤੇ ਜਦੋਂ ਭਗਤ ਧੰਨਾ ਜੀ ਨੇ ਆਖਿਆ ਸੀ ਵੀ ਸਾਨੂੰ ਇਹ ਠਾਕੁਰ ਦੇ ਦਿਓ, ਜਿਨ੍ਹਾਂ ਨੇ ਪੱਥਰ ਚੁੱਕ ਕੇ ਧੰਨੇ ਭਗਤ ਨੂੰ ਪਕੜਾਇਆ ਸੀ ਵੀ ਇਹ ਠਾਕੁਰ ਹੈ, ਤੂੰ ਲੈ ਜਾ, ਮੈਨੂੰ ਆਪਣੀ ਗਊ ਦੇ ਦੇ। ਉਹਨਾਂ ਦਾ ਨਾਮ ਵੀ ਤਰਲੋਚਨ ਹੈ। ਉਹ ਬ੍ਰਾਹਮਣ ਜਾਤੀ ਨਾਲ ਸੰਬੰਧ ਰੱਖਦੇ ਸਨ। ਪਰ ਜਿਹੜੀ ਬਾਣੀ ਆਪਾਂ ਸਰਵਨ ਕਰ ਰਹੇ ਹਾਂ, ਇਹ ਭਗਤ ਤਰਲੋਚਨ ਜੀ ਬਾਣੀਏ ਜਾਤੀ ਨਾਲ ਸੰਬੰਧ ਰੱਖਦੇ ਨੇ। ਬਾਣੀਏ ਸਨ 1325 ਦੇ ਵਿੱਚ ਇਹਨਾਂ ਦਾ ਜਨਮ ਹੋਇਆ ਹੈ। ਸ਼ੋਲਾਪੁਰ ਜ਼ਿਲ੍ਹਾ ਹੈ। ਬਾਰਸਨੇ ਉਸ ਪਿੰਡ ਦਾ ਨਾਮ ਹੈ ਜਿਸ ਪਿੰਡ ਦੇ ਵਿੱਚ ਇਹਨਾਂ ਦਾ ਜਨਮ ਹੋਇਆ। ਬੰਬਈ ਦੇ ਇਲਾਕੇ ਦੇ ਰਹਿਣ ਵਾਲੇ ਸਨ। ਸੋ ਇਸ ਧਰਤੀ 'ਤੇ ਇਹਨਾਂ ਨੇ ਜਨਮ ਲਿਆ 1325 ਨੂੰ, ਤੇ ਬਾਰਸਨੇ ਉਸ ਪਿੰਡ ਦਾ ਨਾਮ ਹੈ ਜਿੱਥੇ ਭਗਤ ਤਰਲੋਚਨ ਜੀਆਂ ਦਾ ਜਨਮ ਹੋਇਆ। ਭਗਤ ਤਰਲੋਚਨ ਜੀ ਬੜੇ ਬੰਦਗੀ ਵਾਲੇ, ਸਿਮਰਨ ਵਾਲੇ ਸਨ, ਜਿਨ੍ਹਾਂ ਨੇ ਸੋ ਪਰਮੇਸ਼ਰ ਦੀ ਪ੍ਰਾਪਤੀ ਕੀਤੀ ਹੈ। ਐਸੇ ਸਫਲ ਭਗਤ ਹੋਏ ਨੇ। 4 ਸ਼ਬਦ ਇਹਨਾਂ ਦੇ ਸਤਿਗੁਰਾਂ ਨੇ ਲਿਖੇ ਨੇ। ਗੁਰੂ ਅਰਜਨ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਭਗਤ ਤਰਲੋਚਨ ਜੀਆਂ ਦਾ ਇੱਕ ਸ਼ਬਦ ਸ੍ਰੀ ਰਾਗ ਵਿੱਚ ਆਪਾਂ ਸਰਵਨ ਕਰ ਲਿਆ ਹੈ। 2 ਸ਼ਬਦ ਇਸ ਗੁਜਰੀ ਰਾਗ ਦੇ ਵਿੱਚ ਜਿਹੜੇ ਆਪਾਂ ਅੱਜ ਸਰਵਨ ਕਰਾਂਗੇ, ਤੇ ਇੱਕ ਸ਼ਬਦ ਇਹਨਾਂ ਦਾ ਧਨਾਸਰੀ ਰਾਗ ਦੇ ਵਿੱਚ ਹੈ। ਇਸ ਤਰ੍ਹਾਂ 4 ਸ਼ਬਦ ਨੇ ਭਗਤ ਤਰਲੋਚਨ ਜੀਆਂ ਦੇ। 15 ਭਗਤਾਂ ਵਿੱਚੋਂ ਇੱਕ ਭਗਤ ਹੋਏ ਨੇ ਤਰਲੋਚਨ ਜੀ, ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ 4 ਸ਼ਬਦ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਨੇ ਅੰਕਿਤ ਕੀਤੇ ਨੇ। ਸੋ ਇੱਥੇ ਮਹਾਰਾਜ ਦੱਸਦੇ ਪਏ ਤਰਲੋਚਨ ਜੀਓ ਕੇ ਪਦੇ, ਭਗਤ ਤਰਲੋਚਨ ਜੀਆਂ ਦੇ ਇਹ ਪਦ, ਇਹ ਸ਼ਬਦ 2 ਸਾਨੂੰ ਪ੍ਰਾਪਤ ਹੋ ਰਹੇ ਨੇ। ਘਰ ਪਹਿਲੇ ਘਰ ਦੇ ਅੰਦਰ ਇਸ ਨੂੰ ਗਾਉਣ ਦਾ ਹੁਕਮ ਹੈ। ਸਤਿਗੁਰੂ ਬਖਸ਼ਿਸ਼ ਕਰਦੇ ਹਨ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਗੁਰੂ ਘਰ ਦੀ ਮਰਿਆਦਾ ਹੈ। ਗੁਰੂ ਅਰਜਨ ਸਾਹਿਬ ਜੀ ਉੱਪਰ ਮੰਗਲਾਚਰਨ ਲਿਖਦੇ ਪਏ। ਗੁਰਬਾਣੀ ਲਿਖਣ ਤੋਂ ਪਹਿਲਾਂ ਇੱਕ ਓੰਕਾਰ, ਪਰਮੇਸ਼ਰ ਇੱਕ ਹੈ। ਓੰਕਾਰ ਪਰਮਾਤਮਾ ਦਾ ਹੀ ਨਾਮ ਹੈ। ਐਸੇ ਪਰਮਾਤਮਾ ਦੀ ਜੇ ਪ੍ਰਾਪਤੀ ਕਰਨੀ ਹੈ ਤੇ ਸਤਿਗੁਰ ਪ੍ਰਸਾਦ, ਤੈਨੂੰ ਗੁਰੂ ਦੀ ਕਿਰਪਾ ਪ੍ਰਾਪਤ ਕਰਨੀ ਪਵੇਗੀ, ਗੁਰੂ ਦੀ ਮਿਹਰ ਲੈਣੀ ਪਵੇਗੀ, ਤਾਂ ਤੂੰ ਪਰਮਾਤਮਾ ਨੂੰ ਪ੍ਰਾਪਤ ਹੋਵੇਂਗਾ। ਅੰਤਰ ਮਲ ਨਿਰਮਲ ਨੇ ਕੀਨਾ, ਬਾਹਰ ਭੇਖ ਉਦਾਸੀ। ਜੈ ਚੰਦ ਨਾਮ ਦਾ ਇੱਕ ਪੰਡਤ ਭਗਤ ਤਰਲੋਚਨ ਜੀਆਂ ਦੇ ਕੋਲ ਆਇਆ, ਤੇ ਅੰਦਰ ਤੇ ਇਹਦੇ ਮੈਲ ਹੈ, ਅੰਦਰੋਂ ਤੇ ਕਪਟੀ ਹੈ, ਅੰਦਰੋਂ ਤੇ ਛਲੀਆ ਹੈ, ਪਰ ਬਾਹਰੋਂ ਬੜਾ ਨਹਾ ਧੋ ਕੇ ਵਿਖਾਉਂਦਾ ਹੈ। ਬਾਹਰੋਂ ਬੜਾ ਆਪਣੇ ਆਪ ਦੀ ਧਰਮ ਦੀ ਮਰਿਆਦਾ ਪੂਰੀ ਕਰਦਾ। ਮੈਂ ਗੰਗਾ ਵਿੱਚ ਡੁਬਕੀ ਲਾਉਂਦਾ ਹਾਂ, ਮੈਂ ਮੱਥੇ 'ਤੇ ਤਿਲਕ ਲਾਉਂਦਾ ਹਾਂ, ਮੈਂ ਜਨੇਊ ਪਾਇਆ ਹੋਇਆ, ਮੈਂ ਬੋਦੀ ਰੱਖੀ ਹੋਈ ਹੈ। ਬਾਹਰੋਂ ਤੇ ਇਹ ਜਿਹੜਾ ਜੈ ਚੰਦ ਪੰਡਤ ਹੈ ਬੜਾ ਭੇਖ ਕਰ ਕਰਕੇ, ਪਖੰਡ ਕਰ ਕਰਕੇ ਵਿਖਾਉਂਦਾ। ਭਗਤ ਤਰਲੋਚਨ ਜੀ ਇਹਨੂੰ ਕਹਿ ਰਹੇ ਨੇ, ਕਹਿਣ ਲੱਗੇ ਅੰਤਰ ਮਲ, ਤੇਰੇ ਅੰਦਰ ਰਾਗ ਤੇ ਦਵੈਸ਼ ਦੀ ਮੈਲ ਹੈ। ਰਾਗ ਕਹਿੰਦੇ ਨੇ ਮੋਹ ਨੂੰ, ਤੇਰੇ ਅੰਦਰ ਮੋਹ ਦੀ ਮੈਲ ਹੈ ਕਿ ਮੇਰਾ ਪਰਿਵਾਰ ਪਲੇ, ਮੇਰੇ ਪਰਿਵਾਰ ਦਾ ਭਲਾ ਹੋਵੇ, ਮੈਂ ਸਾਰੀ ਦੁਨੀਆ ਲੁੱਟ ਕੇ ਆਪਣੇ ਪਰਿਵਾਰ ਵਾਸਤੇ ਲੈ ਆਵਾਂ। ਇਹ ਮੋਹ ਦੀ ਮੈਲ ਤੇਰੇ ਅੰਦਰ ਵੜੀ ਹੋਈ ਹੈ।
ਅੱਜ ਵੱਡੇ ਵੱਡੇ ਦੇਸ਼ਾਂ ਨੂੰ ਚਲਾਉਣ ਵਾਲੇ ਵੱਡੇ ਵੱਡੇ ਜਿਹੜੇ ਵਪਾਰੀ ਨੇ, ਬਿਜ਼ਨਸ ਕਰਨ ਵਾਲੇ ਨੇ, ਉਹਨਾਂ ਨੂੰ ਇਹ ਮੈਲ ਜਿਹੜੀ ਹੈ ਨਾ ਆਮ ਲੋਕਾਂ ਨਾਲੋਂ ਜ਼ਿਆਦਾ ਲੱਗੀ ਹੋਈ ਹੈ ਵੀ ਮੇਰਾ ਪਰਿਵਾਰ ਪਲੇ, ਸਾਰੀ ਦੁਨੀਆ ਮੇਰੇ ਵੱਸ ਵਿੱਚ ਹੋਵੇ, ਸਾਰੀ ਦੁਨੀਆ ਨੂੰ ਮੈਂ ਗੁਲਾਮ ਬਣਾ ਲਵਾਂ। ਭਗਤ ਤਰਲੋਚਨ ਜੀ ਉਹ ਬਚਨ ਇੱਥੇ ਕਰਦੇ ਪਏ, ਕਹਿਣ ਲੱਗੇ ਮੋਹ ਦੀ ਮੈਲ ਜਿਹੜੀ ਹੈ ਨਾ ਲਾਉਣੀ ਬੜੀ ਔਖੀ ਹੈ। ਜੇ ਕੋਈ ਬੰਦਾ ਆਖੇ ਵੀ ਮੈਂ ਵੱਡਾ ਅਮੀਰ ਬਣ ਜਾਵਾਂ ਤੇ ਮੈਲ ਲੈ ਜਾਵੇਗੀ, ਭਾਵੇਂ ਸਾਰੀ ਦੁਨੀਆ ਦਾ ਧਨ ਵੀ ਆ ਜਾਵੇ ਤਾਂ ਵੀ ਇਹ ਮੋਹ ਦੀ ਮੈਲ ਦੂਰ ਨਹੀਂ ਹੁੰਦੀ, ਸਗੋਂ ਅੱਗੇ ਤੋਂ ਅੱਗੇ ਵੱਧਦੀ ਹੈ। ਪੰਡਤ ਜੀ ਪਾਣੀ ਵਿੱਚ ਤੇ ਇਸ਼ਨਾਨ ਕਰ ਲਿਆ, ਪਰ ਜਿਹੜਾ ਮਨ ਨੂੰ ਮੋਹ ਲੱਗਾ ਹੋਇਆ ਉਹਨੂੰ ਤੇ ਦੂਰ ਨਹੀਂ ਕੀਤਾ, ਉਹਨੂੰ ਤੇ ਧੋਤਾ ਨਹੀਂ। ਤੇ ਦੂਜੀ ਮੈਲ ਜਿਹੜੀ ਹੈ ਸਾਡੇ ਮਨ ਦੇ ਵਿੱਚ ਲੱਗੀ ਹੋਈ ਹੈ ਦਵੈਸ਼। ਦਵੈਸ਼ ਕਹਿਣ ਲੱਗੇ ਈਰਖਾ ਦੀ ਮੈਲ ਲੱਗੀ ਹੋਈ ਹੈ। ਈਰਖਾ ਦੀ ਮੈਲ ਇੰਨੀ ਹੈ ਕਿ ਬੰਦਾ ਬਿਨਾਂ ਕਿਸੇ ਕਾਰਨ ਤੋਂ ਦੂਜੇ ਦੇ ਨਾਲ ਈਰਖਾ ਕਰਦਾ ਹੈ, ਦੂਜੇ ਦਾ ਵਿਰੋਧ ਕਰਦਾ ਹੈ, ਭਾਵੇਂ ਇਸ ਨੂੰ ਕੁਝ ਮਿਲੇ ਤੇ ਭਾਵੇਂ ਨਾ ਮਿਲੇ। ਈਰਖਾ ਵੀ ਕਰੇਗਾ ਅਤੇ ਮੋਹ ਵੀ ਕਰਦਾ ਹੈ। ਅੰਤਰ ਮਲ ਤੇਰੇ ਅੰਦਰ ਤੇ ਰਾਗ ਤੇ ਦਵੈਸ਼ ਹੈ, ਮੋਹ ਤੇ ਈਰਖਾ ਹੈ, ਇਹ ਮੈਲ ਹੈ ਤੇਰੇ ਅੰਦਰ। ਤੀਜਾ ਬਚਨ ਕਰ ਲਗੇ ਅਵਿਦਿਆ ਦੀ ਮੈਲ, ਜਿਸ ਨੂੰ ਆਪਾਂ ਕਹਿੰਦੇ ਹਾਂ ਮਨਮੁਖਤਾਈ, ਜਿਸ ਨੂੰ ਆਪਾਂ ਕਹਿ ਦਿੰਦੇ ਹਾਂ ਅੰਧ ਵਿਸ਼ਵਾਸ, ਜਿਹਦੇ ਉੱਪਰ ਸੋ ਕਿਸੇ ਤਰ੍ਹਾਂ ਦਾ ਕੋਈ ਗਿਆਨ ਨਾ ਹੋਵੇ, ਬੇਸਮਝੀ ਆਪਾਂ ਕਹਿ ਸਕਦੇ ਹਾਂ। ਮਹਾਰਾਜ ਜੀ ਇੱਥੇ ਕਹਿ ਰਹੇ ਨੇ ਭਗਤ ਤਰਲੋਚਨ ਦੀ ਰਸਨਾ ਤੋਂ, ਕਹਿਣ ਲੱਗੇ ਪੰਡਤ ਜੀ ਸਾਰਿਆਂ ਤੋਂ ਪਹਿਲੀ ਮੈਲ ਤੁਹਾਡੇ ਮਨ ਵਿੱਚ ਮੋਹ ਦੀ ਲੱਗੀ ਹੈ, ਦੂਜੀ ਮੈਲ ਲੱਗੀ ਹੈ ਈਰਖਾ ਦੀ। ਮੇਰੇ ਬਰਾਬਰ ਕੋਈ ਨਹੀਂ, ਮੇਰੇ ਵਰਗਾ ਕੋਈ ਨਹੀਂ, ਜੋ ਮੈਂ ਕਰਾਂ ਉਹੀ ਹੋਵੇ। ਜੇ ਕੋਈ ਦੂਜਾ ਕਰੇਗਾ ਤੇ ਈਰਖਾ ਹੈ। ਫਿਰ ਤੁਹਾਡੇ ਅੰਦਰ ਤੀਜੀ ਮੈਲ ਲੱਗੀ ਆ ਵਿਦਿਆ ਦੀ, ਬੇਸਮਝੀ ਦੀ, ਮੂਰਖਤਾਈ ਦੀ ਮੈਲ ਲੱਗੀ ਹੈ। ਇਹਨਾਂ ਮੈਲਾਂ ਦੇ ਕਰਕੇ ਆਪਣੇ ਮਨ ਨੂੰ ਸਾਫ਼ ਨਹੀਂ ਕੀਤਾ, ਨਿਰਮਲ ਨਹੀਂ ਕੀਤਾ, ਮਨ ਆਪਣੇ ਨੂੰ ਪਵਿੱਤਰ ਨਹੀਂ ਕੀਤਾ, ਇਹ ਮੈਲਾਂ ਦੂਰ ਨਹੀਂ ਕੀਤੀਆਂ। ਬਾਹਰ ਭੇਖ ਉਦਾਸੀ, ਬਾਹਰੋਂ ਉਦਾਸੀਆਂ ਵਾਲਾ ਸਾਧੂਆਂ ਵਾਲਾ ਬੇਸ ਬਣਾ ਲਿਆ। ਲੰਮੇ ਲੰਮੇ ਕਿਸੇ ਨੇ ਕਾਲੇ ਚੋਲੇ ਪਾ ਲਿਆ, ਕਿਸੇ ਨੇ ਨੀਲੇ ਪਾ ਲਿਆ, ਕਿਸੇ ਨੇ ਭਗਵੇਂ ਪਾ ਲਿਆ, ਕੋਈ ਪੀਲੇ ਪਾ ਕੇ ਬੈਠਾ, ਕੋਈ ਚਿੱਟੇ ਪਾ ਕੇ ਬੈਠਾ। ਕੋਈ ਆਖਦਾ ਮੈਂ ਜਟਾਂ ਵਾਲਾ ਸਾਧ ਹਾਂ, ਕੋਈ ਆਖਦਾ ਮੈਂ ਕੰਨ ਵਿੱਚ ਮੁੰਦਰਾ ਪਾਈਆਂ ਮੈਂ ਜੋਗੀ ਸਾਧ ਹਾਂ, ਕੋਈ ਆਖਦਾ ਮੈਂ ਸੰਨਿਆਸੀ ਹਾਂ, ਕੋਈ ਆਖਦਾ ਮੈਂ ਨਾਗਾ ਸਾਧੂ ਹਾਂ। ਮਹਾਰਾਜ ਜੀ ਕਹਿਣ ਲੱਗੇ ਬਾਹਰ ਭੇਖ ਉਦਾਸੀ, ਬਾਹਰੋਂ ਤੇ ਬੜੇ ਬੜੇ ਭੇਸ ਬਣਾਉਂਦਾ ਹੈ, ਬਾਹਰੋਂ ਤੇ ਬੜੇ ਬੜੇ ਪਖੰਡ ਕਰਦਾ, ਕਦੇ ਕੁਝ ਬਣ ਜਾਂਦਾ, ਕਦੇ ਕੁਝ ਬਣ ਜਾਂਦਾ। ਬਾਹਰ ਦਾ ਭੇਖ ਇਸ ਤਰ੍ਹਾਂ ਦਾ ਹੈ ਜਿਵੇਂ ਕੋਈ ਨਾਟਕ ਵਿੱਚ ਕੰਮ ਕਰਨ ਵਾਲਾ, ਕੋਈ ਫਿਲਮ ਵਿੱਚ ਕੰਮ ਕਰਨ ਵਾਲਾ ਕਲਾਕਾਰ ਹੈ ਤੇ ਉਹ ਬਾਹਰੋਂ ਬਣ ਕੇ ਉਹੋ ਜਿਹਾ ਵਿਖਾਉਂਦਾ, ਕਦੇ ਉਹ ਪੁਲਿਸ ਵਾਲਾ ਬਣ ਜਾਂਦਾ, ਕਦੇ ਉਹ ਚੋਰ ਬਣ ਜਾਂਦਾ, ਕਦੇ ਡਾਕੂ ਬਣ ਜਾਂਦਾ, ਪਰ ਅਸਲ ਵਿੱਚ ਹੈ ਨਹੀਂ, ਕੇਵਲ ਵਿਖਾਉਂਦਾ ਪਿਆ ਹੈ ਨਹੀਂ ਹੈ ਚੋਰ, ਹੈ ਨਹੀਂ ਹੈ ਡਾਕੂ, ਹੈ ਨਹੀਂ ਉਹ ਪੁਲਿਸ ਵਾਲਾ, ਹੈ ਨਹੀਂ ਉਹ ਜਹਾਜ਼ ਚਲਾਉਣ ਵਾਲਾ, ਪਰ ਨਾਟਕ ਦੇ ਵਿੱਚ ਉਹ ਕਰਦਾ ਪਿਆ ਹੈ ਸਾਰਾ ਕੁਝ ਵਿਖਾਉਣ ਵਾਸਤੇ। ਕਹਿਣ ਲੱਗੇ ਜਿਵੇਂ ਨਾਟਕ ਖੇਲਣ ਵਾਲੇ ਜਾਂ ਫਿਲਮ ਬਣਾਉਣ ਵਾਲੇ ਕਦੇ ਕੁਝ ਬਣ ਜਾਂਦੇ, ਕਦੇ ਕੁਝ ਬਣ ਜਾਂਦੇ। ਬੰਦਿਆ ਤੇਰੀ ਜ਼ਿੰਦਗੀ ਵੀ ਨਾਟਕ ਹੀ ਬਣ ਗਈ ਹੈ। ਕਦੇ ਕਿਸ ਤਰ੍ਹਾਂ ਦੇ ਕੱਪੜੇ ਬਣ ਕੇ ਆਖਦਾ ਮੈਂ ਹੁਣ ਜੋਗੀ ਬਣ ਗਿਆ, ਕਦੇ ਲਾ ਕੇ ਆਖਦਾ ਵੀ ਹੁਣ ਮੈਂ ਨਾਗਾ ਸਾਧੂ ਬਣ ਗਿਆ, ਕਦੇ ਆਖਦਾ ਮੈਂ ਉਦਾਸੀ ਬਣ ਗਿਆ, ਘਰ ਛੱਡ ਦਿੱਤਾ, ਕਦੇ ਆਖਦਾ ਸੰਨਿਆਸੀ ਬਣ ਗਿਆ, ਮੈਂ ਜੰਗਲ ਵਿੱਚ ਬੈਠ ਗਿਆ। ਮਹਾਰਾਜ ਕਹਿਣ ਲੱਗੇ ਬਾਹਰ ਭੇਖ ਉਦਾਸੀ, ਬਾਹਰੋਂ ਜਿੰਨੇ ਮਰਜ਼ੀ ਭੇਸ ਬਣਾ ਲਾ, ਜਿੰਨੇ ਮਰਜ਼ੀ ਚੋਲੇ ਪਾ ਲਾ, ਜਿੰਨੇ ਮਰਜ਼ੀ ਉਹਨਾਂ ਕੱਪੜਿਆਂ ਦੇ ਰੰਗ ਬਦਲ ਲਾ, ਪਰ ਅੰਤਰ ਮਲ ਨਿਰਮਲ ਨਹੀਂ ਕੀਨਾ। ਅੰਦਰੋਂ ਜਿੰਨਾ ਚਿਰ ਮੈਲ ਮਨ ਤੋਂ ਨਹੀਂ ਨਾ ਲਾਵੇਂਗਾ ਮੋਹ ਦੀ, ਜਿੰਨਾ ਚਿਰ ਅੰਦਰੋਂ ਮੈਲ ਨਹੀਂ ਨਾ ਲਾਵੇਂਗਾ ਈਰਖਾ ਦੀ, ਜਿੰਨਾ ਚਿਰ ਅੰਦਰੋਂ ਮੈਲ ਨਹੀਂ ਨਾ ਲਾਵੇਂਗਾ ਅਵਿਦਿਆ ਦੀ, ਬੇਸਮਝੀ ਦੀ, ਉਹਨਾਂ ਚਿਰ ਬਾਹਰਲੇ ਭੇਖ ਬਣਾਉਣ ਦੇ ਨਾਲ ਕੁਝ ਨਹੀਂ ਹੋਣਾ। ਫਿਰ ਭਾਵੇਂ ਜਿੱਥੇ ਮਰਜ਼ੀ ਇਸ਼ਨਾਨ ਕਰਿਆ, ਜਿੱਥੇ ਮਰਜ਼ੀ ਬੈਠ ਕੇ ਸੰਨਿਆਸੀ ਬਣ ਜਾ। ਭਗਤ ਕਬੀਰ ਸਾਹਿਬ ਜੀਆਂ ਨੇ ਸਾਨੂੰ ਬੜੀ ਸੋਹਣੀ ਇੱਕ ਉਦਾਹਰਨ ਦੇ ਕੇ ਸਮਝਾਇਆ। ਕਹਿਣ ਲੱਗੇ ਵੀ ਕਬੀਰ ਸਾਹਿਬ ਜੀ ਨੂੰ ਕਿਸੇ ਨੇ ਆਖਿਆ ਸੀ ਵੀ ਚਲੋ ਤੀਰਥਾਂ 'ਤੇ ਇਸ਼ਨਾਨ ਕਰਕੇ ਆਈਏ, ਤੇ ਕਬੀਰ ਸਾਹਿਬ ਜੀਆਂ ਨੇ ਕੌੜ ਧੁੰਮਾ ਦਿੱਤਾ ਸੀ। ਇੱਕ ਸੰਤਰੇ ਵਰਗਾ ਫਲ ਹੁੰਦਾ, ਕਿੰਨੂ ਵਰਗਾ, ਤੇ ਪਰ ਹੁੰਦਾ ਬਹੁਤ ਕੌੜਾ ਹੈ।
ਉਸ ਨੂੰ ਕੌੜ ਤੁਮਾ ਕਿਹਾ ਜਾਂਦਾ। ਦੇ ਦਿੱਤਾ। ਕਹਿਣ ਲੱਗੇ ਭਾਈ ਮੈਂ ਤੇ ਨਹੀਂ ਜਾਣਾ, ਇਹਦਾ ਇਸ਼ਨਾਨ ਕਰਵਾਇਓ ਜਿੱਥੇ ਤੁਸੀਂ ਜਾਓਗੇ। ਹੁਣ ਉਹ ਸਾਧੂ ਸਨ ਕਬੀਰ ਸਾਹਿਬ ਦਾ ਬਚਨ ਮੰਨਿਆ। ਜਿੱਥੇ ਟੁੱਬੀ ਲਾਉਂਦੇ, ਕਦੇ ਹਰਿਦੁਆਰ ਜਾਂਦੇ, ਗੰਗਾ ਜਾਂਦੇ, ਗੋਦਾਵਰੀ ਜਾਂਦੇ, ਕਦੇ ਕਿਤੇ ਤੇ ਕਦੇ ਕਿਤੇ। ਜਿੱਥੇ ਜਾਣ ਉਹ ਭਗਤ ਜੀ ਦਾ ਦਿੱਤਾ ਹੋਇਆ ਫਲ, ਉਹਦਾ ਇਸ਼ਨਾਨ ਵੀ ਨਾਲ ਹੀ ਕਰਵਾਇਆ ਕਰਨ। ਜਦੋਂ ਕਈ ਤੀਰਥਾਂ 'ਤੇ ਇਸ਼ਨਾਨ ਕਰਕੇ ਵਾਪਸ ਆਏ ਤੇ ਕਬੀਰ ਸਾਹਿਬ ਜੀ ਨੂੰ ਦਿੱਤਾ ਹੋਇਆ ਫਲ ਕੌੜ ਤੁਮਾ ਵਾਪਸ ਕਰਨ ਆਏ ਵੀ ਚਲੋ ਨਾਲੇ ਸ਼ਾਬਾਸ਼ੀ ਮਿਲੇਗੀ ਵੀ ਅਸੀਂ ਐਡਾ ਵੱਡਾ ਉਹਨਾਂ ਦਾ ਕੰਮ ਕਰਕੇ ਆਏ ਹਾਂ। ਤੇ ਕਬੀਰ ਸਾਹਿਬ ਜੀ ਕਹਿੰਦੇ ਭਾਈ ਭੋਜਨ ਛਕ ਕੇ ਜਾਇਓ। ਤੀਰਥਾਂ ਦੀ ਯਾਤਰਾ ਕਰਕੇ ਆਏ, ਉਹ ਥਾਲੀਆਂ ਦੇ ਵਿੱਚ ਭੋਜਨ ਪਾਇਆ ਗਿਆ। ਜਦੋਂ ਉਹਨਾਂ ਨੇ ਭੋਜਨ ਛਕ ਲਿਆ ਤੇ ਉਹ ਜਿਹੜਾ ਕੌੜ ਤੁਮਾ ਸੀ ਥੋੜ੍ਹਾ ਥੋੜ੍ਹਾ ਕੱਟ ਕੇ ਉਹ ਵੀ ਥਾਲੀ ਵਿੱਚ ਰੱਖਿਆ। ਕਹਿਣ ਲੱਗੇ ਲਓ ਭਾਈ ਆ ਤੁਸੀਂ ਇਸ਼ਨਾਨ ਕਰਾ ਕੇ ਲਿਆਂਦਾ, ਇਹ ਵੀ ਛਕ ਲਓ। ਤੇ ਜਦੋਂ ਕੌੜ ਤੁਮਾ ਮੂੰਹ ਦੇ ਵਿੱਚ ਪਾਇਆ ਤੇ ਹੈ ਕੌੜਾ, ਤੇ ਕੌੜਾ ਲੱਗਾ ਮੂੰਹ ਨੂੰ ਤੇ ਥੂ ਥੂ ਕਰਦੇ ਤੇ ਨਾਲੇ ਮਾੜਾ ਚੰਗਾ ਕਹਿਣ ਲੱਗ ਪਏ। ਤੇ ਕਬੀਰ ਸਾਹਿਬ ਜੀ ਕਹਿਣ ਲੱਗੇ ਮੈਂ ਤੇ ਸੋਚਿਆ ਵੀ ਤੁਹਾਡੇ ਨਾਲ ਇਸ਼ਨਾਨ ਕਰਕੇ ਆਇਆ, ਇਹਦੀ ਕੁੜੱਤਣ ਮਰ ਗਈ ਹੋਵੇਗੀ, ਇਸ਼ਨਾਨ ਕਰਕੇ ਕੌੜਾ ਪੁਣਾ ਮਰ ਗਿਆ ਹੋਵੇਗਾ, ਪਰ ਇਹ ਤੇ ਕੌੜੇ ਦਾ ਕੌੜਾ ਹੀ ਰਿਹਾ, ਇਸ਼ਨਾਨ ਦਾ ਲਾਭ ਤੇ ਹੋਇਆ ਕੋਈ ਨਾ। ਉਹਨਾਂ ਵਿਅਕਤੀਆਂ ਨੂੰ ਇਹ ਗੱਲ ਸਮਝਾਈ ਹੈ ਵੀ ਜਿਵੇਂ ਇਸ ਕੌੜ ਤੁਮੇ ਨੇ ਬਾਹਰੋਂ ਇਸ਼ਨਾਨ ਕੀਤਾ ਪਰ ਅੰਦਰੋਂ ਕੁੜੱਤਣ ਨਹੀਂ ਛੱਡੀ, ਕੌੜਾਪਨ ਨਹੀਂ ਛੱਡਿਆ, ਤੁਸੀਂ ਵੀ ਬਾਹਰੋਂ ਹੀ ਇਸ਼ਨਾਨ ਪਿੰਡੇ 'ਤੇ ਹੀ ਪਾਣੀ ਪਾ ਕੇ ਆਇਓ, ਅੰਦਰ ਦੇ ਮਨ ਦੀ ਮੈਲ ਨੂੰ ਤੁਸੀਂ ਵੀ ਨਹੀਂ ਛੱਡਿਆ ਹੈ। ਇਹ ਸਮਝਾਇਆ ਉਹਨਾਂ ਨੇ ਇਸ ਸਾਖੀ ਦੇ ਨਾਲ, ਇਸ ਉਦਾਹਰਨ ਦੇ ਨਾਲ। ਮਹਾਰਾਜ ਕਹਿਣ ਲੱਗੇ ਅੰਤਰ ਮਲ ਨਿਰਮਲ ਨਹੀਂ ਕੀਨਾ, ਅੰਦਰੋਂ ਤੇ ਤੇਰੇ ਮਨ ਵਿੱਚ ਮੈਲਾਂ ਨੇ, ਕਦੇ ਕਾਮ ਦੀ ਹੈ, ਕ੍ਰੋਧ ਦੀ ਹੈ, ਲੋਭ ਦੀ ਹੈ, ਮੋਹ ਦੀ ਹੈ, ਅਹੰਕਾਰ ਦੀ ਹੈ, ਈਰਖਾ ਦੀ ਹੈ, ਤੇ ਇਸੇ ਤਰ੍ਹਾਂ ਕਹਿਣ ਲੱਗੇ ਅਵਿਦਿਆ ਦੀ ਹੈ। ਇਹਨੂੰ ਤੇ ਮਨੋਂ ਲਾਇਆ ਨਹੀਂ, ਪਰ ਬਾਹਰੋਂ ਬੜੇ ਇਸ਼ਨਾਨ ਕਰ ਕਰਕੇ ਵਿਖਾਉਣਾ, ਬੜੀਆਂ ਟੁੱਬੀਆਂ ਲਾਉਂਦਾ, ਬਾਹਰੋਂ ਤੇ ਬੜੇ ਲਿਬਾਸ ਬਦਲ ਬਦਲ ਕੇ ਬੈਠਦਾ। ਅੱਜ ਮੈਂ ਫਲਾਣਾ ਸਾਧੂ ਹਾਂ, ਅੱਜ ਮੈਂ ਫਲਾਣਾ ਸਾਧੂ ਹਾਂ, ਅੱਜ ਮੇਰਾ ਇਹ ਮਤ ਹੈ, ਅੱਜ ਮੇਰਾ ਇਹ ਧਰਮ ਹੈ, ਹੁਣ ਮੈਂ ਇਸ ਗੁਰੂ ਨੂੰ ਧਾਰਨ ਕਰ ਲਿਆ, ਪਹਿਲੇ ਨੂੰ ਛੱਡਿਆ ਹੁਣ ਦੂਜਾ ਗੁਰੂ ਧਾਰਨ ਕੀਤਾ, ਦੂਜਾ ਛੱਡਿਆ ਹੁਣ ਤੀਜਾ ਧਾਰਨ ਕਰ ਲਿਆ। ਜਿੰਨੇ ਮਰਜ਼ੀ ਧਾਰਨ ਕਰ ਲੈ, ਜਿੰਨੇ ਮਰਜ਼ੀ ਕੱਪੜੇ ਬਦਲ ਲੈ, ਜਿੰਨੇ ਮਰਜ਼ੀ ਮਤ ਬਦਲ ਲਾ, ਪਰ ਜਿੰਨਾ ਚਿਰ ਅੰਦਰੋਂ ਮਨ ਨਹੀਂ ਨਾ ਬਦਲਿਆ ਉਹਨਾਂ ਚਿਰ ਬਾਹਰੋਂ ਬਦਲਿਆ ਕੁਝ ਨਹੀਂ ਆਉਣਾ। ਇਸ ਤਰ੍ਹਾਂ ਜੈ ਚੰਦ ਪੰਡਤ ਨੂੰ ਉਪਦੇਸ਼ ਦਿੰਦੇ ਹਨ। ਹਿਰਦੈ ਕਮਲ ਘਟ ਬ੍ਰਹਮ ਨ ਚੀਨਾ, ਕਾਹੇ ਭਇਆ ਸੰਨਿਆਸੀ। ਤਰਲੋਚਨ ਜੀ ਕਹਿਣ ਲੱਗੇ ਘਾਟ ਜੋ ਸਰੀਰ ਹੈ ਨਾ ਤੇਰਾ, ਸਰੀਰ ਦੇ ਵਿੱਚ ਹਿਰਦਾ ਰੂਪੀ ਜਿਹੜਾ ਕਮਲ ਹੈ, ਇਹਦੇ ਵਿੱਚ ਰੱਬ ਨੂੰ ਨਹੀਂ ਵੇਖਿਆ, ਹਿਰਦੇ ਵਿੱਚ ਰੱਬ ਨੂੰ ਜਾਣਿਆ ਨਹੀਂ। ਇਹ ਨਹੀਂ ਜਾਣਿਆ ਵੀ ਉਹ ਜਿਹੜਾ ਮੇਰੇ ਮਨ ਵਿੱਚ ਬੈਠਾ ਉਹੀ ਸਾਰਿਆਂ ਦੇ ਮਨ ਵਿੱਚ ਬੈਠਾ ਹੈ। ਜੇ ਮੈਂ ਕਿਸੇ ਦੇ ਨਾਲ ਈਰਖਾ ਕਰਦਾ ਪਿਆ, ਮੈਂ ਕਿਸੇ ਦੇ ਨਾਲ ਨਹੀਂ ਕਰਦਾ ਪਿਆ, ਮੈਂ ਈਰਖਾ ਉਹਦੇ ਨਾਲ ਕਰਦਾ ਜਿਹੜਾ ਮੇਰੇ ਮਨ ਵਿੱਚ ਵੀ ਬੈਠਾ ਹੈ। ਤੇ ਜੇ ਮੈਂ ਦੂਜੇ ਦੇ ਨਾਲ ਈਰਖਾ ਕਰਦਾ ਤੇ ਉਹਦੇ ਮਨ ਵਿੱਚ ਵੀ ਉਹ ਬੈਠਾ ਹੋਇਆ। ਇਹ ਨਹੀਂ ਗੱਲ ਜਾਣੀ ਹੈ ਵੀ ਮੈਂ ਈਰਖਾ ਬੰਦੇ ਨਾਲ ਨਹੀਂ, ਮੈਂ ਈਰਖਾ ਪਰਮੇਸ਼ਰ ਨਾਲ ਕਰਦਾ ਪਿਆ ਹਾਂ, ਕਿਉਂਕਿ ਉਹੀ ਮੇਰੇ ਮਨ ਵਿੱਚ ਹੈ, ਉਹੀ ਦੂਜਿਆਂ ਦੇ ਮਨ ਵਿੱਚ ਹੈ। ਹਿਰਦੈ ਕਮਲ ਘਟ ਬ੍ਰਹਮ ਨਹੀਂ ਚੀਨਾ, ਸਰੀਰ ਦੇ ਵਿੱਚ ਜਿਹੜਾ ਹਿਰਦਾ ਉਹਦੇ ਵਿੱਚ ਬ੍ਰਹਮ ਨੂੰ ਤੇ ਵੇਖਿਆ ਹੀ ਨਹੀਂ ਹੈ ਵੀ ਮੇਰੇ ਅੰਦਰ ਰੱਬ ਹੈ। ਵਸੀ ਰੱਬ ਹਿਆਲੀ ਹੈ, ਰੱਬ ਤੇ ਤੇਰੇ ਅੰਦਰ ਵਸਦਾ ਹੈ। ਜਿਹੜਾ ਤੇਰੇ ਅੰਦਰ ਵਸਦਾ ਪਿਆ ਉਹ ਦੂਜਿਆਂ ਦੇ ਅੰਦਰ ਵੀ ਵਸਦਾ ਪਿਆ ਹੈ, ਪਰ ਦੂਜਿਆਂ ਦੇ ਨਾਲ ਤੇ ਤੂੰ ਈਰਖਾ ਕਰਦਾ। ਤੇ ਜਦੋਂ ਦੂਜਿਆਂ ਦੇ ਨਾਲ ਈਰਖਾ ਕਰੇਗਾ ਤੇ ਫਿਰ ਰੱਬ ਦੇ ਨਾਲ ਵੀ ਤੇ ਈਰਖਾ ਹੀ ਹੋਵੇਗੀ ਨਾ, ਕਿਉਂਕਿ ਉਹ ਬੈਠਾ ਹੋਇਆ ਅੰਦਰ। ਤੇ ਕਾਹੇ ਭਇਆ ਸੰਨਿਆਸੀ, ਫਿਰ ਕਾਹਦਾ ਸੰਨਿਆਸੀ ਹੋਇਆ, ਕਾਹਦਾ ਸੰਨਿਆਸ ਲੈ ਲਿਆ, ਕੀ ਘਰ ਛੱਡਿਆ। ਘਰ ਛੱਡਣ ਦਾ ਲਾਭ ਤੇ ਕੋਈ ਨਾ ਹੋਇਆ, ਜੰਗਲਾਂ ਵਿੱਚ ਜਾਣ ਦਾ ਫਾਇਦਾ ਤੇ ਕੋਈ ਨਾ ਹੋਇਆ। ਈਰਖਾ ਤੇ ਹਾਲੇ ਵੀ ਛੱਡੀ ਨਹੀਂ ਹੈ, ਮੋਹ ਤੇ ਹਾਲੇ ਵੀ ਛੱਡਿਆ ਨਹੀਂ, ਤੇ ਕਾਹਦਾ ਉਹ ਸੰਨਿਆਸੀ ਬਣਨਾ ਹੈ, ਕਾਹਦਾ ਫਿਰ ਸਾਧੂ ਬਣਨਾ ਹੈ। ਕਿੱਡਾ ਵੱਡਾ ਬਚਨ ਅੱਜ ਸਾਡੀ ਝੋਲੀ ਪਾਇਆ ਮਹਾਰਾਜ ਨੇ ਕਿ ਬਾਹਰੋਂ ਤੇ ਅਸੀਂ ਭੇਖ ਬੜੇ ਕਰ ਕਰਕੇ ਵਿਖਾਉਂਦੇ ਹਾਂ, ਬੜੇ ਚੰਗੇ ਬਣ ਕੇ ਦੁਨੀਆ ਨੂੰ ਦਿਖਾਉਂਦੇ ਹਾਂ, ਪਰ ਅੰਦਰ ਸਾਡੇ ਕੀ ਹੈ ਉਹ ਸਾਨੂੰ ਸੀਸਾ ਦਿਖਾਇਆ ਹੈ। ਅੰਦਰ ਤੇਰੇ ਇਹ ਕੁਝ ਹੈ, ਅੰਦਰੋਂ ਤੇ ਦੁਨੀਆ ਨਾਲ ਈਰਖਾ ਕਰਦਾ ਪਿਆ, ਗੁਆਂਢੀ ਨਾਲ ਈਰਖਾ ਕਰਦਾ, ਭਰਾਵਾਂ ਦੇ ਨਾਲ, ਪਰਿਵਾਰਾਂ ਦੇ ਨਾਲ ਈਰਖਾ ਕਰਦਾ। ਬਾਹਰੋਂ ਆਖਦਾ ਮੈਂ ਤੇ ਬੜਾ ਧਰਮੀ ਹਾਂ, ਮੈਂ ਤੇ ਬਹੁਤ ਧਰਮ ਨੂੰ ਮੰਨਦਾ ਹਾਂ, ਮੈਂ ਤੇ ਨੱਕ ਗੋਡਾ ਬਹੁਤ ਰਗੜਦਾ ਧਾਰਮਿਕ ਥਾਂ ਤੇ ਜਾ ਕੇ,
ਤੇ ਤੇਰੇ ਨੱਕ ਗੋਡੇ ਰਗੜਨ ਦਾ ਲਾਭ ਕੀ ਹੋਇਆ? ਕਿਉਂਕਿ ਈਰਖਾ ਤੇ ਤੇਰੇ ਮਨ ਵਿੱਚ ਭਰੀ ਹੋਈ ਹੈ, ਦੁਨੀਆ ਦੇ ਨਾਲ, ਗੁਆਂਢੀ ਦੇ ਨਾਲ, ਰਿਸ਼ਤੇਦਾਰਾਂ ਦਾ, ਤੇ ਹਰ ਵੇਲੇ ਮਾੜਾ ਸੋਚਦਾ, ਕਦੇ ਟੂਣਾ ਕਰਦਾ, ਕਦੇ ਤਵੀਤ ਕਰਦਾ, ਕਦੇ ਮੁੱਠ ਚਲਾਉਂਦਾ, ਕਦੇ ਚੁਗਲੀ ਕਰਦਾ, ਕਦੇ ਭਾਨੀ ਮਾਰਦਾ। ਇਹ ਕੰਮ ਤੇ ਛੱਡਦਾ ਹੀ ਕੋਈ ਨਹੀਂ। ਹਰ ਵੇਲੇ ਯਤਨ ਕਰਦਾ ਵੀ ਦੂਜੇ ਦੀ ਰੋਟੀ ਕਿਵੇਂ ਖੋਈ ਜਾਵੇ, ਪਰ ਇੱਥੋਂ ਭੁੱਲ ਗਿਆ ਜਿਹਦੀ ਰੋਟੀ ਖੋਂਦਾ ਪਿਆ ਉਹਦੇ ਅੰਦਰ ਵੀ ਤੇ ਉਹ ਪਰਮੇਸ਼ਰ ਵਸਦਾ ਜਿਹੜਾ ਮੇਰੇ ਅੰਦਰ ਵਸਿਆ ਹੋਇਆ। ਤੇ ਪਾਤਸ਼ਾਹ ਕਹਿਣ ਲੱਗੇ ਫਿਰ ਕਾਹਦਾ ਸੰਨਿਆਸੀ ਬਣਨਾ? ਉਹ ਸੰਨਿਆਸੀ ਕਾਹਦਾ ਹੋਇਆ? ਜਿਹਦੇ ਅੰਦਰ ਇਹੋ ਜਿਹੀਆਂ ਮੈਲਾਂ ਹਨ। ਪਰ ਮੈਂ ਭੁਲੀ ਰੇ ਜੈ ਚੰਦਾ। ਜੈ ਚੰਦ ਬ੍ਰਾਹਮਣ, ਤੇਰੀ ਬੁੱਧੀ ਜਿਹੜੀ ਹੈ ਭਰਮ ਦੇ ਵਿੱਚ ਭੁੱਲ ਗਈ ਹੈ। ਭਰਮ ਹੀ ਤੈਨੂੰ ਇਹੋ ਜਿਹਾ ਪੈ ਗਿਆ, ਤੂੰ ਭੁੱਲ ਗਿਆ ਕਿ ਮੈਂ ਕੀ ਕਰਦਾ ਪਿਆ। ਪਾਪ ਕਰਮ ਨੂੰ ਤੇ ਕਰਦਾ, ਪਰ ਪਾਪ ਕਰਮ ਨੂੰ ਜਾਣਦਾ ਨਹੀਂ ਵੀ ਮੈਂ ਕੀ ਕਰਦਾ ਪਿਆ। ਭਰਮੇ ਭੁੱਲੀ, ਭਰਮ ਦੇ ਵਿੱਚ ਪੈ ਕੇ ਰੇ ਜੈ ਚੰਦਾ, ਜੈ ਚੰਦ ਪੰਡਤ, ਤੇਰੀ ਬੁੱਧੀ ਭੁੱਲ ਗਈ ਹੈ, ਤੂੰ ਇਹੋ ਜਿਹਾ ਭਰਮ ਦੇ ਵਿੱਚ ਪੈ ਗਿਆ ਹੈ। ਨਹੀਂ ਨਹੀਂ ਚੀਨਿਆ ਪਰਮਾਨੰਦਾ। ਨਹੀਂ ਚੀਨਿਆ, ਨਹੀਂ ਜਾਣਿਆ ਪਰਮ ਆਨੰਦ ਸਰੂਪ ਪਰਮਾਤਮਾ ਨੂੰ। ਭਾਵੇਂ ਉਦਾਸੀ ਬਣ ਗਿਆ, ਭਾਵੇਂ ਸੰਨਿਆਸੀ ਬਣ ਗਿਆ, ਨਹੀਂ ਚੀਨਿਆ, ਨਹੀਂ ਵੇਖਿਆ। ਕੋਈ ਕੰਮ ਨਾ ਕਰਨਾ ਹੋਵੇ ਤੇ ਆਪਾਂ ਆਖੀਦਾ ਕੰਮ ਨਹੀਂ ਕਰਨਾ, ਪਰ ਜੇ ਕੋਈ ਕੰਮ ਬਹੁਤਾ ਹੀ ਨਾ ਕਰਨਾ ਹੋਵੇ ਤੇ ਫਿਰ ਆਖੀਦਾ ਨਾ ਇਹ ਕੰਮ ਨਾ ਕਰੀ। 3-4 ਵਾਰੀ ਨਾ ਕਿਹਾ ਜਾਂਦਾ ਵੀ ਇਹ ਕੰਮ ਨਾ ਕਰੀ, ਬੜਾ ਖਤਰਨਾਕ ਹੈ, ਬਿਲਕੁਲ ਵੀ ਨਹੀਂ ਕਰਨਾ ਹੈ। ਤੇ ਸਤਿਗੁਰੂ ਕਹਿ ਰਿਹਾ ਨਹੀਂ ਚੀਨਿਆ। ਤੂੰ ਆਖਦਾ ਮੈਂ ਰੱਬ ਵੇਖਿਆ, ਨਹੀਂ ਰੱਬ ਵੇਖਿਆ, ਤੂੰ ਵੇਖ ਹੀ ਨਹੀਂ ਸਕਿਆ। ਤੂੰ ਤੇ ਕਦੇ ਧਰਤੀ ਦੇ ਵਿੱਚੋਂ ਲੱਭਦਾ, ਕਦੇ ਆਕਾਸ਼ ਨੂੰ ਮੂੰਹ ਕਰਕੇ ਵੇਖਦਾ ਵੀ ਉੱਤੋਂ ਰੱਬ ਉਤਰੇਗਾ, ਕਦੋਂ ਸੋਚਦਾ ਥੱਲਿਓਂ ਰੱਬ ਤਾਂ ਨੂੰ ਨਿਕਲੇਗਾ। ਰੱਬ ਜਿੱਥੇ ਵੇਖਣਾ ਚਾਹੀਦਾ ਸੀ, ਪਰਮੇਸ਼ਰ ਜਿੱਥੇ ਵੇਖਣਾ ਚਾਹੀਦਾ ਸੀ, ਉੱਥੇ ਤੈਨੂੰ ਦਿਸਿਆ ਨਹੀਂ। ਉਹ ਹੈ ਕਿੱਥੇ ਹੈ? ਉਹ ਹੈ ਸਾਰਿਆਂ ਦੇ ਹਿਰਦੇ ਵਿੱਚ, ਉਹ ਸਾਰਿਆਂ ਦੇ ਸਰੀਰ ਵਿੱਚ ਬੈਠਾ ਹੋਇਆ, ਉੱਥੇ ਤੇ ਵੇਖਿਆ ਨਹੀਂ। ਵੇਖਦਾ ਪਿਆ ਧਾਰਮਿਕ ਸਥਾਨਾਂ 'ਤੇ ਜਾ ਕੇ, ਵੇਖਦਾ ਪਿਆ ਦੂਜੀਆਂ ਥਾਵਾਂ 'ਤੇ ਜਾ ਕੇ। ਕਹਿਣ ਲੱਗੇ ਬਾਬਾ ਬੁੱਢਾ ਸਾਹਿਬ ਜੀ ਸੇਵਾ ਕਰਾਉਂਦੇ ਪਏ ਅੰਮ੍ਰਿਤਸਰ ਦੀ ਧਰਤੀ 'ਤੇ, ਤੇ ਇੱਕ ਸਿੱਖ ਦੇ ਘਰ ਵਿੱਚ ਦੁੱਧ ਨਵਾਂ ਪ੍ਰਾਪਤ ਹੋਇਆ, ਲਵੇਰਾ ਮਿਲਿਆ, ਤੇ ਉਸਨੇ ਦੁੱਧ ਦੀ ਖੀਰ ਬਣਾਈ ਤੇ ਡੱਬੇ ਭਾਂਡੇ ਵਿੱਚ ਪਾਈ ਤੇ ਚੱਲ ਪਿਆ ਆਪਣੇ ਘਰੋਂ ਲੈ ਕੇ ਵੀ ਮੈਂ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਪਾਤਸ਼ਾਹ ਨੂੰ ਆਪਣੇ ਘਰ ਦੀ ਬਣੀ ਹੋਈ ਖੀਰ ਦਾ ਭੋਗ ਲਵਾ ਕੇ ਆਵਾਂ, ਖਵਾ ਕੇ ਆਵਾਂ। ਤੇ ਜਦੋਂ ਭਾਂਡੇ ਵਿੱਚ ਪਾ ਕੇ ਲਈ ਆਉਂਦਾ, ਰਸਤੇ ਵਿੱਚ ਬਾਬਾ ਬੁੱਢਾ ਸਾਹਿਬ ਜੀ ਮਿਲ ਪਏ। ਕਹਿਣ ਲੱਗੇ ਭਾਈ ਪਿਆਰਿਆ ਕੀ ਹੈ? ਕਹਿਣ ਲੱਗਾ ਜੀ ਖੀਰ ਹੈ। ਤੇ ਸੁਭਾਵਿਕ ਬਚਨ ਨਿਕਲਿਆ। ਕਹਿਣ ਲੱਗੇ ਭਾਈ ਭੁੱਖ ਤੇ ਬੜੀ ਲੱਗੀ ਹੈ, ਤੇ ਲਿਆ ਫਿਰ ਛਕਾ, ਇਹਨੂੰ ਛਕੀਏ, ਸਾਨੂੰ ਭੁੱਖ ਲੱਗੀ ਹੈ, ਤੂੰ ਪਦਾਰਥ ਲੈ ਕੇ ਆਇਆ। ਤੇ ਉਹ ਵਿਅਕਤੀ ਝਾਟੀ ਗੁੱਸੇ ਵਿੱਚ ਆ ਗਿਆ। ਕਹਿਣ ਲੱਗਾ ਵੀ ਇਹ ਤੁਹਾਡੇ ਵੇਲਣਾ ਵਾਸਤੇ ਥੋੜ੍ਹੀ ਹੈ, ਤੇ ਮਹਾਰਾਜ ਵਾਸਤੇ ਲੈ ਕੇ ਆਇਆ, ਉਹਨਾਂ ਨੂੰ ਹੀ ਭੋਗ ਲੱਗੇਗਾ, ਉਹੀ ਛਕਣਗੇ, ਤੁਹਾਨੂੰ ਨਹੀਂ ਮਿਲੇਗੀ। ਭਾਂਡਾ ਚੁੱਕਿਆ, ਅੱਗੇ ਚਲਾ ਗਿਆ। ਜਦੋਂ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਦੇ ਕੋਲ ਪਹੁੰਚਿਆ ਤੇ ਆਖਦਾ ਮਹਾਰਾਜ ਤੁਹਾਡੇ ਵਾਸਤੇ ਖੀਰ ਲੈ ਕੇ ਆਇਆ, ਤੇ ਜਦੋਂ ਉਸ ਭਾਂਡੇ ਦਾ ਢੱਕਣ ਚੁੱਕਿਆ ਦੇ ਵਿੱਚ ਕੀੜੇ ਤੁਰੇ ਫਿਰਨ। ਬੜਾ ਹੈਰਾਨ ਹੋਇਆ ਜੀ, ਨਵੀਂ ਬਣਾਈ ਹੈ, ਸੱਜਰ ਮੱਝ ਸੂਈ ਹੈ, ਹੁਣੇ ਹੀ ਤਾਜ਼ੀ ਖੀਰ ਬਣਾ ਕੇ ਲਿਆਇਆ, ਤੇ ਵਿੱਚ ਕੀੜੇ ਨੇ। ਮਹਾਰਾਜ ਮੈਂ ਤੁਹਾਨੂੰ ਛਕਾਉਣ ਵਾਸਤੇ ਲਿਆਇਆ। ਤੇ ਸਤਿਗੁਰੂ ਕਹਿਣ ਲੱਗੇ ਜਿੱਥੇ ਮੰਗੀ ਹੈ ਉੱਥੇ ਤੇ ਖਵਾਈ ਨਹੀਂ। ਕਹਿਣ ਲੱਗਾ ਮਹਾਰਾਜ ਤੁਹਾਡੇ ਵਾਸਤੇ ਹੀ ਲੈ ਕੇ ਆਇਆ, ਤੁਸੀਂ ਮੰਗਦੇ ਤੇ ਮੈਂ ਕਿਉਂ ਨਾ ਖਵਾਉਂਦਾ, ਤੁਸੀਂ ਤੇ ਮੰਗੀ ਨਹੀਂ। ਮਹਾਰਾਜ ਕਹਿਣ ਲੱਗੇ ਰਸਤੇ ਵਿੱਚ ਆਉਂਦਿਆਂ ਤੈਨੂੰ ਕੋਈ ਮਿਲਿਆ? ਕਹਿਣ ਲੱਗੇ ਜੀ ਇੱਕ ਬਜ਼ੁਰਗ ਬੈਠਾ ਸੀ। ਮਹਾਰਾਜ ਕਹਿੰਦੇ ਕੀ ਆਖਿਆ? ਕਹਿੰਦਾ ਜੀ ਭੁੱਖ ਲੱਗੀ ਹੈ ਤੇ ਖੀਰ ਖਿਲਾ ਦੇ। ਤੇ ਪਾਤਸ਼ਾਹ ਕਹਿੰਦੇ ਫਿਰ ਤੂੰ ਕੀ ਆਖਿਆ? ਕਹਿਣ ਲੱਗਾ ਜੀ ਮੈਂ ਨਹੀਂ ਖਵਾਈ। ਤੇ ਮਹਾਰਾਜ ਕਹਿਣ ਲੱਗੇ ਜਿੱਥੇ ਅਸੀਂ ਮੰਗੀ ਸੀ ਉੱਥੇ ਤੇ ਖਵਾਈ ਨਹੀਂ, ਹੁਣ ਜਿੱਥੇ ਸਾਨੂੰ ਲੋੜ ਨਹੀਂ ਉੱਥੇ ਖਵਾਉਣ ਵਾਸਤੇ ਲੈ ਆਇਆ। ਕਹਿਣ ਤੋਂ ਭਾਵ ਇਹ ਹੈ ਵੀ ਪਰਮੇਸ਼ਰ ਜਿਹੜਾ ਨਾ ਹਰੇਕ ਹਿਰਦੇ ਵਿੱਚ, ਹਰੇਕ ਸਰੀਰ ਵਿੱਚ ਬੈਠਾ ਹੈ। ਉੱਥੇ ਤੇ ਤੂੰ ਜਾਣਦਾ ਨਹੀਂ ਵੀ ਰੱਬ ਜਦੋਂ ਮੈਂ ਕਿਸੇ ਨਾਲ ਈਰਖਾ ਕਰਦਾ, ਕਿਸੇ ਦਾ ਕੰਮ ਵਿਗਾੜਦਾ, ਕਿਸੇ ਨੂੰ ਦੁੱਖ ਦਿੰਦਾ, ਮੈਂ ਬੰਦੇ ਨੂੰ ਦੁੱਖ ਨਹੀਂ ਦਿੰਦਾ ਪਿਆ, ਬੰਦੇ ਵਿੱਚ ਬੈਠੇ ਪਰਮਾਤਮਾ ਨੂੰ ਦੁੱਖ ਦਿੰਦਾ ਪਿਆ। ਉਦੋਂ ਤੇ ਇਹ ਗੱਲ ਜਾਣੀ ਨਹੀਂ ਹੈ।
ਬਾਅਦ ਵਿੱਚ ਧਾਰਮਿਕ ਸਥਾਨਾਂ 'ਤੇ ਬੜੇ ਜਾ ਜਾ ਕੇ ਮੱਥੇ ਟੇਕਦਾ, ਨਿਉ ਨਿਉ ਕੇ ਨਮਸਕਾਰਾਂ ਕਰਦਾ, ਬੜੇ ਗੋਡੇ ਰਗੜਦਾ, ਮਾफ़ ਕਰ ਦੇ, ਮਾफ़ ਕਰ ਦੇ। ਕਿੰਨੀ ਕੁ ਵਾਰੀ ਤੈਨੂੰ ਮਾफ़ ਕਰੇਗਾ? ਇੱਕ ਗਲਤੀ ਹੋਵੇ ਮਾफ़ ਹੈ, ਦੋ ਹੋਵੇ ਤੇ ਮਾफ़ ਹੈ। ਤੂੰ ਤੇ ਹਰ ਵੇਲੇ ਗਲਤੀਆਂ ਕਰਦਾ, ਹਰ ਵੇਲੇ ਦੁਨੀਆ ਨੂੰ ਦਿਖਾਉਣ ਵਿੱਚ, ਦੁੱਖ ਦੇਣ ਵਿੱਚ ਲੱਗਾ ਹੋਇਆ। ਕਿੰਨੀ ਵਾਰੀ ਤੈਨੂੰ ਉਹ ਮਾफ़ ਕਰੇਗਾ? ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਕਹਿਣ ਲੱਗੇ, ਬੰਦਿਆ ਤੂੰ ਨਹੀਂ ਜਾਣਿਆ ਰੱਬ ਨੂੰ, ਨਹੀਂ ਜਾਣਿਆ ਰੱਬ ਨੂੰ, ਨਹੀਂ ਵੇਖ ਸਕਿਆ। ਕਿਉਂ ਨਹੀਂ ਵੇਖ ਸਕਿਆ? ਕਿਉਂਕਿ ਜਿੱਥੇ ਵੇਖਣਾ ਸੀ ਉੱਥੇ ਵੇਖਿਆ ਨਹੀਂ, ਵੀ ਉਹ ਸਾਰਿਆਂ ਵਿੱਚ ਵਸਿਆ। ਜਿਵੇਂ ਉਹ ਖੀਰ ਲੈ ਕੇ ਆਉਣ ਵਾਲੇ ਨੇ ਵੇਖਿਆ ਨਹੀਂ ਵੀ ਇਸ ਸਾਧੂ ਦੇ ਵਿੱਚ, ਇਸ ਵਿਅਕਤੀ ਵਿੱਚ ਵੀ ਉਹੀ ਗੁਰੂ ਵਸਿਆ ਜਿਹਦੇ ਵਾਸਤੇ ਮੈਂ ਖੀਰ ਲੈ ਕੇ ਚੱਲਿਆ। ਜੇ ਜਾਣ ਲੈਂਦਾ ਤੇ ਉੱਥੇ ਹੀ ਭੋਗ ਲਵਾ ਕੇ ਆਪਣੇ ਆਪ ਨੂੰ ਸਫਲਾ ਕਰ ਲੈਂਦਾ। ਮਹਾਰਾਜ ਕਹਿੰਦੇ ਇਸੇ ਤਰ੍ਹਾਂ ਤੂੰ ਵੀ ਨਹੀਂ ਵੇਖਿਆ। ਤੂੰ ਤੇ ਵੇਖਦਾ ਵੀ ਧਾਰਮਿਕ ਸਥਾਨ 'ਤੇ ਜਾਵਾਂਗਾ, ਮੂਰਤੀ ਵਿੱਚੋਂ ਪ੍ਰਗਟ ਹੋਵੇਗਾ, ਗ੍ਰੰਥ ਵਿੱਚੋਂ ਪ੍ਰਗਟ ਹੋਵੇਗਾ, ਆਕਾਸ਼ ਵਿੱਚੋਂ ਰੱਬ ਨਿਕਲੇਗਾ ਤੇ ਮੈਨੂੰ ਦਰਸ਼ਨ ਦੇਵੇਗਾ। ਨਹੀਂ, ਉਹਨੇ ਦਰਸ਼ਨ ਦੇਣੇ ਜਿੱਥੇ ਵੇਖਣਾ ਸੀ, ਜਿੱਥੇ ਜਾਣਨਾ ਸੀ, ਉੱਥੇ ਤੂੰ ਜਾਣਿਆ ਨਹੀਂ ਹੈ। ਰਹਾਓ ਘਰ ਘਰ ਖਾਇਆ, ਪਿੰਡ ਵਧਾਇਆ, ਖਿੰਥਾ ਮੁੰਦਾ ਮਾਇਆ। ਇਹ ਜਿਹੜਾ ਲਿਬਾਸ ਹੁੰਦਾ ਸਾਧੂਆਂ ਦਾ, ਮਹਾਰਾਜ ਕਹਿਣ ਲੱਗੇ ਗਲ ਵਿੱਚ ਪਾ ਲਈ ਖਿੰਥਾ। ਖਿੰਥਾ ਕਹਿੰਦੇ ਨੇ ਖਫੜੀ ਨੂੰ। ਵੱਡਾ ਸਾਰਾ ਚੋਲਾ ਜਿਹੜਾ ਅਣਸੀਤਾ ਜਿਹਾ ਹੋਵੇ, ਬਹੁਤਾ ਚੰਗੀ ਤਰ੍ਹਾਂ ਸੀਪਿਆ ਨਾ ਹੋਵੇ। ਅਸੀਂ ਕੁੜਤਾ ਪਾਉਂਦੇ ਹਾਂ, ਪੈਂਟ ਪਾਉਂਦੇ ਹਾਂ, ਸੂਟ ਪਾਉਂਦੇ ਹਾਂ, ਅਤੇ ਜਿਹੜਾ ਦਰਜੀ ਜਾਂ ਟੇਲਰ ਚੰਗਾ ਸਿਉਂਦਾ ਹੈ ਅਸੀਂ ਉਹਦੇ ਕੋਲ ਜਾਂਦੇ ਹਾਂ, ਜਿਹਦੀ ਸਿਲਾਈ ਚੰਗੀ ਹੋਵੇ, ਜਿਹਦੀ ਫਿਟਿੰਗ ਚੰਗੀ ਹੋਵੇ। ਉਹਦੇ ਭਾਵੇਂ ਵੱਧ ਪੈਸੇ ਦੇਣੇ ਪੈਣ ਤੇ ਦਈ ਦੇ, ਕਾਹਦੇ ਵਾਸਤੇ? ਕਿ ਮੇਰੀ ਟੌਰ ਬਣ ਜਾਵੇ। ਪਰ ਸਾਧੂ ਜਿਹੜਾ ਚੋਲਾ ਪਾਉਂਦੇ ਨੇ ਨਾ, ਉਹ ਸਾਡੇ ਵਾਂਗੂ ਉਹ ਸਜਣਾ ਧਜਣਾ, ਉਹ ਸਾਡੇ ਵਰਗੀ ਟੌਰ ਟੱਪੇ ਵਿੱਚ ਨਹੀਂ ਪੈਂਦੇ। ਸਿੱਧਾ ਜਿਹਾ ਬਣਾ ਕੇ, ਨਾ ਉਹਦੀਆਂ ਬਹੁਤੀਆਂ ਕੋਈ ਬਾਹਾਂ ਚੰਗੀਆਂ ਬਣਾਈਆਂ, ਨਾ ਉਹਨਾਂ ਨੇ ਆਪਣੇ ਚੋਲੇ ਨੂੰ ਜੇਬਾਂ ਲਾਈਆਂ। ਜਦੋਂ ਸੰਨਿਆਸ ਲੈ ਲਿਆ, ਘਰ ਛੱਡ ਦਿੱਤਾ, ਫਿਰ ਜੇਬਾਂ ਵਿੱਚ ਕੀ ਪਾਉਣਾ ਹੈ? ਉਸ ਨੂੰ ਕਿਹਾ ਜਾਂਦਾ ਖਫਣੀ। ਕਿ ਜਿਸ ਤਰ੍ਹਾਂ ਮੁਰਦੇ ਦੇ ਗਲ ਵਿੱਚ ਖਫਣ ਪਾਇਆ ਜਾਂਦਾ ਨਾ, ਬਹੁਤਾ ਚੰਗੀ ਤਰ੍ਹਾਂ ਨਹੀਂ ਸਿਉਤਾ ਜਾਂਦਾ, ਸਿੱਧੀਆਂ ਕੋਈ ਚਾਰ ਕੁ ਸੀਣਾ ਮਾਰੀਆਂ ਜਾਂਦੀਆਂ ਵੀ ਮੁਰਦੇ ਨੇ ਕਿਹੜਾ ਹੁਣ ਬਰਾਤ ਚੜ੍ਹਨਾ, ਮਰਨਾ ਹੀ ਹੈ ਨਾ, ਲੱਕੜਾਂ ਵਿੱਚ ਪਾ ਕੇ ਸਾੜਨਾ ਹੀ ਹੈ ਮੁਰਦੇ ਨੂੰ। ਕਹਿਣ ਲੱਗੇ ਉਸ ਨੂੰ ਖਫਣੀ, ਖਫਣ ਕਿਹਾ ਜਾਂਦਾ। ਤੇ ਸਾਧੂ ਇਹੋ ਜਿਹਾ ਚੋਲਾ ਪਾ ਕੇ ਰੱਖਦੇ। ਮਹਾਰਾਜ ਕਹਿਣ ਲੱਗੇ ਭਾਈ ਖਿੰਥਾ 'ਤੇ ਪਾ ਲਈ, ਖਫਣੀ 'ਤੇ ਪਾ ਲਈ, ਖਫਣ ਵਰਗਾ ਗਲ ਵਿੱਚ ਕੁੜਤਾ 'ਤੇ ਪਾ ਲਿਆ ਵੀ ਮੈਂ ਜੇਬਾਂ ਨਹੀਂ ਲਾਉਣੀਆਂ, ਤੇ ਕੰਨਾਂ ਵਿੱਚ ਪਾ ਲਈਆਂ ਮੁੰਦਰਾਂ ਵੀ ਮੈਂ ਬਣ ਗਿਆ ਜੋਗੀ। ਬਲੌਰ ਦੀਆਂ ਮੁੰਦਰਾਂ ਗੋਰਖਨਾਥ ਨੇ ਪਵਾਈਆਂ ਸੀ ਵੀ ਚੇਲੇ ਮੇਰੇ ਭੱਜ ਨਾ ਜਾਣ। ਜਦੋਂ ਸਾਨੂੰ ਕੋਈ ਨਵੀਂ ਨਵੀਂ ਚੀਜ਼ ਮਿਲਦੀ ਹੈ ਨਾ, ਅਸੀਂ ਭੱਜ ਕੇ ਉਹਦੇ ਪਿੱਛੇ ਪੈ ਜਾਂਦੇ। ਜਦੋਂ ਪਤਾ ਲੱਗਦਾ ਵੀ ਨਹੀਂ ਨਕੰਮੀ ਹੈ, ਫਿਰ ਛੱਡ ਕੇ ਆ ਜਾਈਦਾ। ਜਦੋਂ ਗੋਰਖਨਾਥ ਦੁਨੀਆ 'ਤੇ ਆਇਆ ਤੇ ਚੇਲੇ ਬੜੇ ਭੱਜ ਭੱਜ ਕੇ ਇਹਦੇ ਬਣ ਗਏ। ਤੇ ਜਦੋਂ ਵੇਖਿਆ ਵੀ ਇਹਦੇ 'ਤੇ ਪੱਲੇ ਹੀ ਕੱਖ ਨਹੀਂ ਹੈ, ਤੇ ਉਹ ਛੱਡ ਕੇ ਆਪੋ ਆਪਣੇ ਘਰਾਂ ਨੂੰ ਚਲੇ ਗਏ। ਤੇ ਗੋਰਖਨਾਥ ਨੇ ਵੇਖਿਆ ਵੀ ਇਹ ਤੇ ਬੜਾ ਕੰਮ ਘਾਟੇ ਦਾ, ਮੇਰੇ ਕੋਲ ਆਉਂਦੇ ਫਿਰ ਭੱਜ ਜਾਂਦੇ। ਮੈਂ ਕੋਈ ਤਰੀਕਾ ਹੀ ਇਹੋ ਜਿਹਾ ਲੱਭਾਂ ਵੀ ਜਿਹੜਾ ਇੱਕ ਵਾਰੀ ਮੇਰੇ ਜਾਲ ਵਿੱਚ ਫਸ ਜਾਵੇ, ਮੇਰੇ ਨਾਲ ਰਲ ਜਾਵੇ, ਆ ਕੇ ਉਹ ਘਰੇ ਨਾ ਜਾ ਸਕੇ। ਤੇ ਗੋਰਖਨਾਥ ਨੇ ਫਿਰ ਇਹ ਸਕੀਮ ਬਣਾਈ ਵੀ ਕੰਨ ਪਾੜ ਕੇ ਤੇ ਇਹਦੇ ਵਿੱਚ ਮੁੰਦਰਾਂ ਪਾ ਦਿਓ ਬਲੌਰ ਦੀਆਂ। ਹੁਣ ਉਹ ਕੰਨ ਦਾ ਛੇਕ ਤੇ ਭਰੇਗਾ ਨਹੀਂ ਨਾ ਜਿੱਥੇ ਮੁੰਦਰਾਂ ਪਾ ਦਿੱਤੀਆਂ। ਤੇ ਜੇ ਭਰੇਗਾ ਨਹੀਂ ਤੇ ਲੋਕਾਂ ਨੂੰ ਜਦੋਂ ਘਰੇ ਜਾਵੇਗਾ ਤੇ ਲੋਕ ਫਿਰ ਮਿਹਣਾ ਮਾਰਨਗੇ, ਤੂੰ ਤੇ ਜੋਗੀ ਬਣਿਆ ਸੀ, ਕੰਨ ਪਾੜ ਕੇ ਮੁੰਦਰਾਂ ਪਾਈਆਂ, ਹੁਣ ਘਰੇ ਆ ਗਿਆ। ਜਦੋਂ ਘਰੋਂ ਪਿੰਡੋਂ ਮਿਹਣੇ ਵੱਜਣਗੇ ਤੇ ਫਿਰ ਇਹ ਘਰ ਨਹੀਂ ਰਹਿ ਸਕਣਗੇ, ਮੇਰੇ ਕੋਲ ਹੀ ਦੁਬਾਰਾ ਆਉਣਗੇ। ਤਾਂ ਉਹਨੇ ਬਲੌਰ ਦੀਆਂ ਮੁੰਦਰਾਂ ਪਵਾਈਆਂ। ਤੇ ਅੱਜ ਵੀ ਜੋਗੀਆਂ ਦੇ ਕੰਨਾਂ ਵਿੱਚ ਉਹ ਮੁੰਦਰਾਂ ਪਾਈਆਂ ਜਾਂਦੀਆਂ। ਅੱਜ ਕੱਲ੍ਹ ਤੇ ਸਾਡੇ ਲੜਕੇ ਵੀ ਜੋਗੀ ਬਣੇ ਹੋਏ, ਬੜੀਆਂ ਨੱਤੀਆਂ ਛੱਤੀਆਂ ਪਾ ਲੈਂਦੇ ਕੰਨਾਂ ਦੇ ਵਿੱਚ। ਜਿਹੜੀ ਗੱਲ ਤੋਂ ਮਹਾਰਾਜ ਨੇ ਰੋਕਿਆ ਹੈ ਉਹ ਕੀਤਾ ਹੈ। ਰਹੋ ਵਿਚਾਰ, ਆਪਾਂ ਗੁਰਬਾਣੀ ਸਰਵਣ ਕਰਦੇ ਪਏ। ਮਹਾਰਾਜ ਕਹਿਣ ਲੱਗੇ ਮੁੰਦਰਾਂ ਕੰਨ ਵਿੱਚ ਪਾ ਕੇ ਜੋਗੀ ਬਣ ਗਿਆ, ਖਿੰਥਾ ਗਲ ਵਿੱਚ ਪਾ ਕੇ, ਖੱਫਣ ਪਾ ਕੇ ਬਣ ਗਿਆ ਸਾਧੂ। ਮਹਾਰਾਜ ਕਹਿਣ ਲੱਗੇ ਕੀਤਾ ਕੀ? ਘਰ ਘਰ ਖਾਇਆ। ਇਹ ਘਰ ਦਾ ਦਰਵਾਜ਼ਾ ਖੜਕਾਇਆ, ਮਾਤਾ ਨੇ ਖੋਲ੍ਹਿਆ, ਹਾਂ। ਕਹਿਣ ਲੱਗਾ ਜੀ ਭੁੱਖ ਲੱਗੀ ਹੈ, ਪ੍ਰਸ਼ਾਦਾ ਛਕਿਆ। ਫਿਰ ਦੂਜੇ ਘਰ ਦਾ ਦਰਵਾਜ਼ਾ ਜਾ ਕੇ ਖੜਕਾਇਆ, ਅੱਗੋਂ ਕੋਈ ਬੀਬੀ ਆਈ, ਪੁੱਛਿਆ ਕੀ ਚਾਹੀਦਾ? ਕਹਿੰਦਾ ਜੀ ਭੁੱਖ ਲੱਗੀ, ਉੱਧਰੋਂ ਵੀ ਖਾਇਆ। ਮਹਾਰਾਜ ਕਹਿੰਦੇ ਇੱਕ ਘਰ 'ਚੋਂ ਨਹੀਂ, ਘਰ ਘਰ ਖਾਇਆ। ਸਾਰੇ ਪਿੰਡ ਦੇ ਦਰਵਾਜ਼ੇ ਖੜਕਾਏ, ਸਾਰੇ ਪਿੰਡ ਦੇ ਘਰਾਂ ਦੇ ਵਿੱਚੋਂ ਖਾ ਕੇ ਫਿਰ ਕੀ ਕੀਤਾ? ਪਿੰਡ ਵਧਾਇਆ। ਪਿੰਡ ਨਾਮ ਹੈ ਸਰੀਰ ਦਾ। ਵੱਡੀ ਗੋਗੜ ਕਰ ਲਈ, ਕਿਉਂਕਿ ਜਦੋਂ ਸਾਰਾ ਦਿਨ ਖਾਈ ਜਾਏਗਾ ਵੰਨ ਸਵੰਨਾ
ਬੜਾ ਸਵਾਦੀ ਭੋਜਨ ਆ, ਤੇ ਫਿਰ ਢਿੱਡ ਤੇ ਵਧੇਗਾ ਹੀ ਨਾ ਜਦੋਂ ਕੰਮ ਤੇ ਕਰਨਾ ਕੋਈ ਨਹੀਂ। ਕੰਮ ਤੇ ਕਰਨਾ ਮਜ਼ਦੂਰ ਨੇ, ਕੰਮ ਤੇ ਕਰਨਾ ਪਰਿਵਾਰ ਵਾਲੇ ਨੇ। ਤੇ ਜਿਹਨੇ ਕੰਨ ਵਿੱਚ ਮੁੰਦਰਾ ਪਾਲੀਆਂ ਉਹਨੇ ਕੰਮ ਥੋੜ੍ਹੀ ਕਰਨਾ, ਉਹਨੇ ਤੇ ਖਾ ਕੇ ਲੇਟੇ ਮਾਰਨੇ ਧਰਤੀ ਦੇ ਉੱਪਰ। ਤੇ ਮਹਾਰਾਜ ਕਹਿਣ ਲੱਗੇ ਘਰ ਘਰ ਖਾਇਆ, ਹਰੇਕ ਘਰ ਵਿੱਚ ਗਿਆ ਮੰਗ ਕੇ ਖਾ ਲਿਆ, ਦੂਜੇ ਘਰ ਵਿੱਚ ਗਿਆ ਮੰਗ ਕੇ ਖਾ ਲਿਆ। ਫਿਰ ਕੀ ਹੋਇਆ? ਪਿੰਡ ਵਧਾਇਆ, ਸਰੀਰ ਵੱਧ ਗਿਆ, ਗੋਗੜ ਵੱਧ ਗਈ, ਵੱਡਾ ਮੋਟਾ ਬਣ ਗਿਆ। ਤੇ ਪਾਤਸ਼ਾਹ ਕਹਿਣ ਲੱਗੇ ਮਾਇਆ ਦੇ ਵਿੱਚ ਫਿਰ ਹਾਏ ਇਧਰੋਂ ਵੀ ਮਾਇਆ ਆਏ। ਹੁਣ ਪਹਿਲਾਂ ਤੇ ਖਾਣ ਵਾਸਤੇ ਤੁਰਿਆ ਸੀ, ਹੁਣ ਕਹਿੰਦਾ ਵੀ ਜਿਹਨੇ ਮੈਨੂੰ ਖਵਾਇਆ ਨਾ ਉਹ ਨਾਲ ਮੈਨੂੰ ਪੈਸੇ ਵੀ ਦੇਵੇ, ਕਿਉਂਕਿ ਮੈਂ ਤੇਰੇ ਘਰ ਦਾ ਭੋਜਨ ਖਾਧਾ, ਮੇਰੇ ਦੰਦ ਘਸ ਗਏ ਨੇ, ਦੰਦ ਮੇਰਿਆਂ ਨੇ ਭੋਜਨ ਚਬਾਇਆ ਤੇ ਫਿਰ ਹੀ ਮੈਂ ਖਾਧਾ ਨਾ, ਮੇਰੇ ਦੰਦ ਘਸ ਗਏ ਨੇ, ਮੇਰੇ ਦੰਦਾਂ ਦੀ ਘਸਾਈ ਨਾਲ ਦਿੱਤੀ ਜਾਵੇ। ਉਹਨਾਂ ਕੋਲੋਂ ਪੈਸੇ ਮੰਗ ਲੈਂਦਾ ਹੈ, ਖਾਣ ਦੇ ਨਾਲ ਮਾਇਆ ਵੀ ਮੰਗੀ ਹੈ। ਤੇ ਪਾਤਸ਼ਾਹ ਕਹਿਣ ਲੱਗੇ ਭਾਈ ਬਚਨ ਇਹ ਹੈ, ਇਸ ਕਰਕੇ ਪ੍ਰਾਪਤੀ ਕੋਈ ਨਹੀਂ ਹੋਈ ਹੈ। ਘਰ ਘਰ ਖਾਇਆ, ਪਿੰਡ ਵਧਾਇਆ, ਖਿੰਥਾ ਮੁੰਦਾ ਮਾਇਆ, ਤਾਂ ਗੁਰੂ ਦੇ ਨਾਲ ਨਹੀਂ ਜੁੜਿਆ। ਭੇਸ ਵੀ ਬਨੌਟੀ ਸੀ, ਪਖੰਡੀ ਸੀ, ਅਤੇ ਖਾ ਕੇ ਰੱਬ ਨਾਲ ਨਹੀਂ ਜੁੜਿਆ, ਸਗੋਂ ਮਾਇਆ ਮਾਇਆ ਹਰ ਵੇਲੇ ਕਰਦਾ ਹੈ। ਓਮ ਮਸਾਨ ਕੀ ਭਸਮ ਲਗਾਏ, ਗੁਰ ਬਿਨ ਤਤ ਨ ਪਾਇਆ। ਉਹ ਤਾਂ ਪਖੰਡ ਤੇ ਕਰਨਾ ਹੀ ਪਵੇਗਾ। ਜੇ ਆਪਾਂ ਸਿੱਧਾ ਕਹਿ ਦਈਏ ਵੀ ਮੈਂ ਪਖੰਡੀ ਹਾਂ ਤੇ ਕੋਈ ਘਰੇ ਥੋੜ੍ਹੀ ਵੜਨ ਦੇਵੇਗਾ। ਹੁਣ ਦੁਨੀਆ ਨੂੰ ਠੱਗਣਾ ਹੈ, ਥੋੜ੍ਹਾ ਬਹੁਤਾ ਬਾਹਰੋਂ ਤੇ ਵਿਖਾਉਣਾ ਹੀ ਪਵੇਗਾ ਨਾ। ਕਹਿਣ ਲੱਗੇ ਭੂਮ ਮਸਾਨ ਕੀ, ਜਿੱਥੇ ਆਪਾਂ ਮੁਰਦਾ ਸਾੜਦੇ ਹਾਂ ਨਾ ਜਾ ਕੇ ਸ਼ਮਸ਼ਾਨ ਦੇ ਵਿੱਚ, ਸਿਵਿਆਂ ਦੇ ਵਿੱਚ, ਜਿੱਥੇ ਮੁਰਦਾ ਸੜਿਆ ਸੀ, ਮੁਰਦਾ ਸੜਨ ਤੋਂ ਮਗਰੋਂ ਉਹ ਜਿਹੜੀ ਉੱਥੇ ਸਵਾਹ ਪਈ ਸੀ ਨਾ, ਉਹ ਸਵਾਹ ਚੁੱਕ ਕੇ ਸਰੀਰ ਨੂੰ ਮਲ ਲਈ ਕਿ ਮੈਂ ਤੇ ਜੋਗੀ ਹਾਂ, ਮੈਂ ਤੇ ਸਾਧੂ ਹਾਂ, ਮੈਂ ਤੇ ਸਰੀਰ ਨੂੰ ਸਵਾਹ ਮਲੀ ਹੋਈ ਹੈ। ਭੂਮ ਮਸਾਨ ਕੀ ਭਸਮ ਲਗਾਈ, ਮਸਾਨ ਦੀ ਧਰਤੀ ਦੀ ਚੁੱਕ ਕੇ ਸਵਾਹ ਲਾ ਲਈ ਆਪਣੇ ਸਰੀਰ ਨੂੰ। ਹੁਣ ਗੁਰਬਾਣੀ ਪੜ੍ਹਦੇ ਹਾਂ ਤੇ ਸਾਨੂੰ ਸਿੱਧੀ ਸਮਝ ਪੈਂਦੀ ਹੈ। ਭੂਮ ਮਸਾਨ ਕੀ ਭਸਮ ਲਗਾਈ, ਭਸਮ ਸਵਾਹ, ਤੇ ਮਸਾਨ ਜਿੱਥੇ ਸੜਿਆ ਮੁਰਦਾ ਉੱਥੋਂ ਦੀ ਮਿੱਟੀ, ਉੱਥੋਂ ਦੀ ਧਰਤੀ ਦੀ ਚੁੱਕ ਕੇ ਸਵਾਹ ਲਾ ਕੇ। ਤੇ ਪਾਤਸ਼ਾਹ ਕਹਿਣ ਲੱਗੇ ਭਾਈ ਗੁਰ ਬਿਨ ਤਤ ਨਾ ਪਾਇਆ। ਗੁਰੂ ਧਾਰਨ ਕੀਤੇ ਤੋਂ ਬਿਨਾ ਜਿੰਨੀ ਮਰਜ਼ੀ ਸਵਾਹ ਲਾ ਲਾ, ਜਿੰਨਾ ਮਰਜ਼ੀ ਸਿਵਿਆਂ ਵਿੱਚ ਜਾ ਕੇ ਬੈਠਾ ਰਹੋ, ਜਿੰਨਾ ਮਰਜ਼ੀ ਦੁਨੀਆ ਨੂੰ ਪਖੰਡ ਕਰਕੇ ਵਿਖਾ, ਵੇਦਾਂ ਸ਼ਾਸਤਰਾਂ ਦਾ ਜਿਹੜਾ ਤੱਤ ਸਰੂਪ ਪਰਮਾਤਮਾ ਹੈ ਉਹ ਪਾਇਆ ਨਹੀਂ ਜਾਣਾ ਜਿੰਨਾ ਚਿਰ ਗੁਰੂ ਨੂੰ ਧਾਰਨ ਨਹੀਂ ਕਰਦਾ। ਇਹ ਮਰਿਆਦਾ ਹੈ ਅਕਾਲ ਪੁਰਖ ਦੀ ਵੀ, ਗੁਰੂ ਤੋਂ ਬਿਨਾ ਕਦੇ ਪਰਮੇਸ਼ਰ ਨਹੀਂ ਮਿਲਦਾ ਹੈ। ਜਿੰਨਾ ਚਿਰ ਗੁਰੂ ਨਹੀਂ ਨਾ ਬਣਾਉਂਦਾ, ਸਵਾਵਾਂ ਜਿੰਨੀਆਂ ਮਰਜ਼ੀ ਮੰਨ ਲੈ ਪਰ ਪ੍ਰਾਪਤੀ ਨਹੀਂ ਹੈ। ਕਾਏ ਜਪੋ ਰੇ, ਕਾਏ ਤਪੋ ਰੇ, ਕਾਏ ਬਿਲੋ ਪਾਣੀ। ਮਹਾਰਾਜ ਕਹਿਣ ਲੱਗੇ ਜੇ ਤੇਰੇ ਮਨ ਵਿੱਚ ਪਖੰਡ ਹੈ ਨਾ, ਭਾਵੇਂ ਦਰਿਆ ਦੇ ਕਿਨਾਰੇ ਬੈਠ ਕੇ ਮੰਤਰਾਂ ਦਾ ਜਾਪ ਕਰ, ਨਦੀਆਂ ਦੇ ਕਿਨਾਰੇ ਬੈਠ ਕੇ ਮੰਤਰਾਂ ਦਾ ਜਾਪ ਕਰ, ਸਮੁੰਦਰਾਂ ਦੇ ਕਿਨਾਰੇ ਬੈਠ ਕੇ ਜਾਪ ਕਰਦਾ ਰਹਿ। ਤੇ ਕੁਝ ਲੋਕ ਖੂਹਾਂ ਦੇ ਵਿੱਚ ਬੈਠ ਬੈਠ ਕੇ ਜਾਪ ਕਰਦੇ, ਜਿੰਨੇ ਮਰਜ਼ੀ ਜਾਪ ਕਰ ਲਾ, ਜੇ ਪਖੰਡ ਹੈ ਮਨ ਦੇ ਵਿੱਚ ਇਸ ਜਾਪ ਨੇ ਕੁਝ ਨਹੀਂ ਉਹ ਕਰਨਾ। ਕਾਏ ਜਪੋ ਰੇ, ਅਗਲਾ ਬਚਨ ਹੈ ਕਾਏ ਤਪੋ ਰੇ, ਤਪ ਕਰਨਾ, 5-5 ਧੂਣੀਆਂ 4 ਚਫੇਰੇ ਬਾਲਣੀਆਂ, ਉਹਨਾਂ ਦੇ ਵਿੱਚ ਬੈਠ ਜਾਣਾ। ਪਾਤਸ਼ਾਹ ਕਹਿਣ ਲੱਗੇ ਧੂਣੀਆਂ ਜਿੰਨੀ ਮਰਜ਼ੀ ਤਾ ਲੈ, ਆਪਣੇ ਸਰੀਰ ਨੂੰ ਜਿੰਨਾ ਮਰਜ਼ੀ ਸੇਕ ਦੇ ਲੈ, ਧੂਣੀਆਂ ਤਾਉਣ ਦੇ ਨਾਲ ਵੀ ਕੁਝ ਨਹੀਂ ਹੋਣਾ। ਕਾਏ ਬਲੋਵੋ ਪਾਣੀ, ਪਾਣੀ ਦੇ ਵਿੱਚ ਜੇ ਕੋਈ ਬੀਬੀ ਮਧਾਣੀ ਪਾ ਕੇ ਬੈਠੇ, ਭਾਵੇਂ ਸਾਰਾ ਦਿਨ ਪਾਣੀ ਨੂੰ ਰਿੜਕਦੀ ਰਵੇ, ਮਧਾਣੀ ਦੇ ਨਾਲ ਪਾਣੀ ਵਿੱਚੋਂ ਨਿਕਲਣਾ ਕੁਝ ਨਹੀਂ ਹੈ। ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਪਾਣੀ ਵਿੱਚ ਮਧਾਣੀ ਪਾਇਆ ਮੱਖਣ ਨਹੀਂ ਨਿਕਲਦਾ। ਸਕਾਮ ਕਰਮਾਂ ਦੇ ਕਰਨ ਕਰਕੇ ਰੱਬ ਨਹੀਂ ਮਿਲਦਾ। ਸਕਾਮ ਕਰਮ ਹੁੰਦਾ ਹੈ ਵੀ ਮੈਂ 5 ਕੰਬਲ ਦਾਨ ਕਰਾਂਗਾ ਪਰ ਮੈਨੂੰ ਆਹ ਚੀਜ਼ ਮਿਲੇ, ਮੈਂ 5 ਪ੍ਰਸ਼ਾਦੇ ਕਿਸੇ ਨੂੰ ਛਕਾਵਾਂਗਾ ਮੈਨੂੰ ਆਹ ਚੀਜ਼ ਮਿਲੇ, ਮੈਂ ਇੰਨਾ ਚਿਰ ਪਾਣੀ ਦੇ ਕਿਨਾਰੇ ਖਲੋ ਕੇ ਜਾਪ ਕਰਾਂਗਾ, ਇੰਨਾ ਚਿਰ ਅੱਗ ਦੇ ਕੋਲ ਬੈਠ ਕੇ ਜਾਪ ਕਰਾਂਗਾ, ਪਰ ਮੇਰੀ ਇਹ ਤਮੰਨਾ ਪੂਰੀ ਹੋਵੇ। ਤੇ ਸਤਿਗੁਰੂ ਕਹਿੰਦੇ ਤਮੰਨਾ ਰੱਖ ਕੇ, ਇੱਛਾ ਰੱਖ ਕੇ, ਫੁਰਨਾ ਰੱਖ ਕੇ ਜਿੰਨਾ ਮਰਜ਼ੀ ਤੂੰ ਜਪ ਕਰ ਲਾ, ਤਪ ਕਰ ਲਾ, ਇੱਕ ਤੇਰੇ ਮਨ ਵਿੱਚ ਪਖੰਡ ਹੈ ਤੇ ਪ੍ਰਮਾਤਮਾ ਇਸ ਤਰ੍ਹਾਂ ਨਹੀਂ ਮਿਲਦਾ ਹੈ। 184 ਜਿਨੋ ਪਾਈ ਸੋ ਸਿਮਰੋ ਨਿਰਬਾਣੀ। ਕਰਨਾ ਚਾਹੀਦਾ। ਕਹਿੰਦੇ 84 ਲੱਖ ਜੂਨਾਂ ਜਿਸ ਪ੍ਰਮਾਤਮਾ ਨੇ ਪੈਦਾ ਕੀਤੀਆਂ ਨੇ
ਉਹਨੂੰ ਕਿਸੇ ਦਾ ਬੰਧਨ ਨਹੀਂ ਹੈ, ਉਹ ਨਿਰਵਾਣ ਹੈ, ਉਹਦਾ ਸਿਮਰਨ ਕਰ। ਭਗਤ ਤਰਲੋਚਨ ਨੂੰ ਪੁੱਛ ਹੀ ਲਿਆ ਜੈ ਚੰਦ ਬ੍ਰਾਹਮਣ ਨੇ। ਪੰਡਤ ਨੇ ਕਹਿਣ ਲੱਗਾ ਭਗਤ ਜੀ ਫਿਰ ਕੀ ਕਰਨਾ ਚਾਹੀਦਾ? ਭਗਤ ਜੀ ਕਹਿੰਦੇ ਜਿਹਨੇ 84 ਲੱਖ ਜੂਨਾਂ ਪੈਦਾ ਕੀਤੀਆਂ ਉਸ ਪ੍ਰਮਾਤਮਾ ਦੇ ਨਾਮ ਦਾ ਸਿਮਰਨ ਕਰਨਾ ਕਰ। ਕਾਹੇ ਕਮੰਡਲ ਕਾਪੜਿਆਰੇ 68 ਕਾਹੇ ਫਿਰਾਹੀ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਕਾਏ ਕਮੰਡਲ, ਹੱਥ ਵਿੱਚ ਕਮੰਡਲ ਫੜ ਲਿਆ। ਜਿਹੜੇ ਸਾਧੂ ਸੰਨਿਆਸੀ ਨੇ ਨਾ ਉਹਨਾਂ ਹੱਥਾਂ ਵਿੱਚ ਇੱਕ ਵੱਡਾ ਸਾਰਾ ਗੜਵਾ ਡੋਲ ਫੜਿਆ ਹੁੰਦਾ, ਉਹਨੂੰ ਕਮੰਡਲ ਕਿਹਾ ਜਾਂਦਾ। ਕਰ ਕਮੰਡਲ। ਮਹਾਰਾਜ ਕਹਿਣ ਲੱਗੇ ਹੱਥਾਂ ਵਿੱਚ ਕਮੰਡਲ ਫੜ ਲਾ, ਗੜਵੇ ਫੜ ਲਾ, ਲੋਟੇ ਫੜ ਲਾ, ਡੋਲੂ ਜਿੰਨੇ ਮਰਜ਼ੀ ਹੱਥਾਂ ਵਿੱਚ ਪਕੜ ਲੈਣਾ ਕਰ। ਕਾਪੜੀਆ, ਕਾਪੜੀ ਭੇਖ ਧਾਰਨ ਕਰ ਲੈ। ਦੁਨੀਆ ਵਿੱਚ ਕਈ ਤਰ੍ਹਾਂ ਦੇ ਭੇਖ ਨੇ, ਲਿਬਾਸ ਨੇ, ਉਹਨਾਂ ਵਿੱਚ ਕਾਪੜੀਆ ਵੀ ਇੱਕ ਭੇਸ ਹੈ, ਉਹ ਵੀ ਬਣਾ ਲੈ। 68 ਕਾਹੇ ਫਿਰਾਈ, 68 ਤੀਰਥਾਂ ਤੇ ਭਾਵੇਂ ਜਾ ਕੇ ਤੁਰਿਆ, ਇਸ਼ਨਾਨ ਕਰਿਆ, ਟੁੱਬੀਆਂ ਲਾਇਆ, ਜਾ ਕੇ ਬੈਠਾ ਰਹੋ, ਪਰ ਕਹਿਣ ਲੱਗੇ ਇਸ ਤਰ੍ਹਾਂ ਕਰਨ ਦੇ ਨਾਲ ਪਰਮਾਤਮਾ ਪ੍ਰਾਪਤ ਨਹੀਂ ਹੁੰਦਾ ਹੈ। ਬਦਲ ਤਰਲੋਚਨ ਸੁਣ ਰੇ ਪਾਣੀ ਕਣ ਬਿਨ ਗਾਹੋ ਕਪਾਹੀ। ਭਗਤ ਤਰਲੋਚਨ ਜੀਆਂ ਦਾ ਸ਼ਬਦ ਹੈ ਬਦਤ ਤਰਲੋਚਨ। ਬਦਤ ਤੋਂ ਭਾਵ ਹੁੰਦਾ ਹੈ ਕਹਿਣਾ, ਉਚਾਰਨਾ, ਆਖਣਾ। ਭਗਤ ਤਰਲੋਚਨ ਜੀ ਕਹਿਣ ਲੱਗੇ ਇਹ ਪ੍ਰਾਣੀ ਸੁਣ, ਕਣ ਬਿਨ ਗਾਹੋ ਕੇ ਪਾਹੀ। ਜੇ ਫਸਲ ਦੇ ਵਿੱਚ ਕਣ ਨਾ ਹੋਵੇ, ਦਾਣਾ ਨਾ ਹੋਵੇ, ਤੇ ਦਾਣਿਆਂ ਤੋਂ ਬਿਨਾਂ ਉਸ ਫਸਲ ਨੂੰ ਗਾਉਂਦਾ ਕੋਈ ਨਹੀਂ ਹੈ। ਪਹਿਲੇ ਸਮੇਂ ਵਿੱਚ ਲੋਕ ਗਾਹ ਪਾਉਂਦੇ ਸਨ ਤੇ ਫਿਰ ਫਲਾ ਪਾ ਕੇ ਤੇ ਉਸ ਫਸਲ ਨੂੰ ਗਾਇਆ ਜਾਂਦਾ ਸੀ। ਦਾਣੇ ਵੱਖਰੇ ਅਤੇ ਬਾਕੀ ਉਸ ਦੀ ਫੱਕ ਜਿਹੜੀ ਹੈ ਵੱਖਰੀ, ਜਾਂ ਬਾਕੀ ਪਰਾਲੀ ਵੱਖਰੀ ਕੀਤੀ ਜਾਂਦੀ। ਅੱਜ ਸਮਾਂ ਬਦਲਿਆ, ਮਸ਼ੀਨਾਂ ਨੇ, ਮਸ਼ੀਨਾਂ ਫਸਲ ਨੂੰ ਕੱਟਦੀਆਂ ਨੇ, ਦਾਣੇ ਵੱਖਰੇ ਤੇ ਉਸ ਫਸਲ ਦਾ ਬਾਕੀ ਜਿਹੜਾ ਰਹਿੰਦ ਖੂੰਦ ਹੈ ਉਹ ਵੱਖਰੀ ਹੈ। ਪਰ ਜੇ ਫਸਲ ਨੂੰ ਦਾਣਾ ਪਵੇ ਹੀ ਨਾ, ਬਿਨਾਂ ਦਾਣਿਆਂ ਤੋਂ ਫਸਲ ਹੋਵੇ ਤੇ ਕਿਹੜਾ ਉੱਥੇ ਗਾਹ ਪਾਵੇਗਾ, ਕਿਹੜਾ ਫਲਾ ਪਾਵੇਗਾ, ਕਿਹੜਾ ਮਸ਼ੀਨ ਨਾਲ ਕੱਟੇਗਾ? ਤੇ ਸਤਿਗੁਰੂ ਜੀ ਇੱਥੇ ਬਖਸ਼ਿਸ਼ ਕਰਦੇ ਕਹਿਣ ਲੱਗੇ ਕਾਣ ਬਿਨ ਗਾਹੋ ਕੇ ਪਾਹੀ। ਮੋਕਸ਼ ਰੂਪੀ ਕਣ ਤੋਂ ਬਿਨਾ ਜੇ ਮੁਕਤੀ ਦਾ ਦਾਣਾ ਨਹੀਂ ਨਾ ਬੀਜਿਆ, ਤੇ ਪਾਤਸ਼ਾਹ ਕਹਿਣ ਲੱਗੇ ਮੁਕਤੀ ਦੇ ਦਾਣੇ ਤੋਂ ਬਿਨਾ ਗੁਰਮੁਖਾ ਇਹ ਜਿਹੜਾ ਸਕਾਮ ਕਰਮਾਂ ਰੂਪੀ ਨਾੜ ਹੈ ਨਾ, ਇਹਨੂੰ ਜਿੰਨਾ ਮਰਜ਼ੀ ਇੰਦਰੀਆਂ ਰੂਪੀ ਬੈਲਾਂ ਦੇ ਨਾਲ ਤੂੰ ਕੁੱਟੀ ਜਾ। ਹੁਣ ਜੇ ਨਾੜ ਦੇ ਵਿੱਚ ਦਾਣਾ ਨਹੀਂ ਹੈ ਤੇ ਬੈਲ ਭਾਵੇਂ ਸਾਰਾ ਦਿਨ ਵਿਚਾਰੇ ਉੱਪਰ ਫਿਰਦੇ ਰਹਿਣ, ਦਾਣੇ ਨਿਕਲਣੇ ਹੀ ਨਹੀਂ। ਇਸੇ ਤਰ੍ਹਾਂ ਇੰਦਰੀਆਂ ਕੀ ਨੇ, ਇਹ ਬੈਲ ਕੀ ਨੇ? ਸਾਡੀਆਂ ਇੰਦਰੀਆਂ। ਇੰਦਰੀਆਂ ਨੂੰ ਜਿੰਨਾ ਮਰਜ਼ੀ ਦੁੱਖ ਦੇਈ ਜਾ, ਮੈਂ ਤੁਰ ਕੇ ਉੱਥੇ ਜਾਣਾ, ਪੈਰ ਦੁਖੀ ਹੋ ਗਏ, ਫਲਾਣੀ ਥਾਂ ਤੇ ਜਾ ਕੇ ਫਲਾਣਾ ਕੰਮ ਕਰਨਾ, ਹੱਥ ਵੀ ਥੱਕ ਗਏ, ਮੈਂ ਫਲਾਣੀ ਥਾਂ ਤੇ ਪਹੁੰਚਣਾ, ਅੱਖਾਂ ਵੀ ਤੱਕ ਤੱਕ ਕੇ ਥੱਕ ਗਈਆਂ, ਜ਼ੁਬਾਨ ਬੋਲ ਬੋਲ ਕੇ ਥੱਕ ਗਈ। ਪਰ ਪਾਤਸ਼ਾਹ ਕਹਿਣ ਲੱਗੇ ਮਿਲਿਆ ਕੀ? ਕੁਝ ਨਹੀਂ। ਜਿਵੇਂ ਦਾਣੇ ਤੋਂ ਬਿਨਾ ਬੈਲ ਵਿਚਾਰੇ ਤੁਰ ਤੁਰ ਕੇ ਥੱਕ ਗਏ, ਦਾਣੇ ਤੇ ਹੈ ਹੀ ਨਹੀਂ, ਮਿਲਣੇ ਕਿੱਥੋਂ ਸੀ? ਇਸੇ ਤਰ੍ਹਾਂ ਸਾਡੇ ਸਰੀਰ ਦੀਆਂ ਇੰਦਰੀਆਂ ਥੱਕ ਗਈਆਂ ਤੁਰ ਤੁਰ ਕੇ, ਭੱਜ ਭੱਜ ਕੇ, ਕੰਮ ਕਰ ਕਰਕੇ, ਪਰ ਮੁਕਤੀ ਰੂਪੀ ਦਾਣੇ ਨੂੰ ਅਸੀਂ ਪ੍ਰਾਪਤ ਨਹੀਂ ਕਰ ਸਕੇ। ਸਤਿਗੁਰੂ ਰਹਿਮਤ ਕਰਨ, ਉਪਦੇਸ਼ ਹਿਰਦੇ ਵਸੇ, ਸਾਡਾ ਭਲਾ ਹੋਵੇ। ਸਮੇਂ ਦੀ ਸਮਾਪਤੀ, ਭੁੱਲਾਂ ਦੀ ਮੁਆਫੀ ਦਿਓ ਸਜਣ ਆਸੀਸੜੀਆਂ।